ਵਿੱਚ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਗੂਜਰੀ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 11 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 12ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ ਤੇ ਇਸ ਪੌੜੀ ਦੇ ਨਾਲ ਪਹਿਲਾ ਜੋ ਸ਼ਲੋਕ ਹੈ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ਲੋਕ ਮਹਿਲਾ ਪੰਜਵਾਂ। ਕੜਛੀਆਂ ਫਿਰਨ ਸਵਾਉ ਨ ਜਾਣਨ ਸੁਣਿਆ, ਸਹੀ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ। ਇਸ ਸ਼ਲੋਕ ਦੇ ਅੰਦਰ ਗੁਰਦੇਵ ਪਾਤਸ਼ਾਹ ਨੇ ਸਮਝਾਇਆ ਹੈ ਕਿ ਜੋ ਥੋਥਾ ਗਿਆਨ ਹੈ, ਜੋ ਸਿਰਫ ਨਿਰੀਆਂ ਗਿਆਨ ਦੀਆਂ ਗੱਲਾਂ ਕਰੀ ਜਾਣੀਆਂ ਨੇ, ਪ੍ਰੇਮ ਦੀਆਂ ਗੱਲਾਂ ਕਰੀ ਜਾਣੀਆਂ, ਥੋਥਾ ਗਿਆਨ ਜਿਹੜਾ ਗੱਲਾਂ ਕਰੀ ਜਾਣੀਆਂ, ਪਰ ਉਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਨਾ ਕਰਨਾ, ਤਾਂ ਜੋ ਸਿਰਫ ਥੋਥੀਆਂ ਗੱਲਾਂ ਹੀ ਕਰਦੇ, ਇਹਨਾਂ ਗੁਣਾਂ ਨੂੰ ਇੰਪਲੀਮੈਂਟ ਨਹੀਂ ਕਰਦੇ, ਉਹ ਪ੍ਰੇਮ ਦਾ ਅਸਲੀ ਰਸ ਨਾ ਤਾਂ ਮਾਣਦੇ ਨੇ ਔਰ ਨਾ ਹੀ ਪ੍ਰੇਮ ਦਾ ਅਸਲੀ ਰਸ ਦੱਸ ਸਕਦੇ ਨੇ ਕਿ ਰੱਬੀ ਗੁਣਾਂ ਅਨੁਸਾਰ ਜ਼ਿੰਦਗੀ ਜੀਣ ਦਾ ਕਿੰਨਾ ਸੁੱਖ ਹੈ। ਇਹ ਨਾ ਉਹ ਜਾਣਦੇ ਨੇ, ਨਾ ਉਹ ਦੱਸ ਸਕਦੇ ਨੇ, ਕਿਉਂਕਿ ਉਹਨਾਂ ਨੇ ਸਿਰਫ ਗੱਲਾਂ ਕੀਤੀਆਂ ਹੁੰਦੀਆਂ ਨੇ, ਉਹਨਾਂ ਨੇ ਗੁਣਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਹੁੰਦਾ। ਤੇ ਉਹ ਜਿਹੜੇ ਨੇ ਕੜਛੀਆਂ ਦੀ ਤਰ੍ਹਾਂ ਨੇ। ਗੁਰਦੇਵ ਪਾਤਸ਼ਾਹ ਸਾਨੂੰ ਮਿਸਾਲ ਦੇ ਕੇ ਸਮਝਾ ਰਹੇ ਨੇ, ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ। ਇਹਨਾਂ ਦੋਵਾਂ ਸ਼ਬਦਾਂ ਨੂੰ ਪੜ੍ਹਨ ਲੱਗਿਆ ਥੋੜਾ ਜਿਹਾ ਖਿਆਲ ਰੱਖਣਾ ਹੈ। ਜਾਣਨ ਨਹੀਂ ਪੜ੍ਹਨਾ। ਜੇ ਜਾਣਨ ਪੜੋਗੇ ਨਾ ਤਾਂ ਪਹਿਲਾ ਨੰਨਾ ਬੋਲ ਜਾਏਗਾ, ਪਰ ਇੱਥੇ ਪਹਿਲਾ ਅਣਾਣਾ ਹੈ। ਅਣਾਣਾ ਜਾਣਨ, ਪਹਿਲਾ ਅਣਾਣਾ ਬੋਲਣਾ ਹੈ, ਫਿਰ ਨੰਨਾ ਜਾਣਨ। ਤੇ ਦੂਜਾ ਹੈ ਸੁਣੀਆਂ। ਇਹਨੂੰ ਸੁਣਜੀਆਂ ਨਹੀਂ ਪੜ੍ਹਨਾ, ਝੱਜਾ ਨਹੀਂ ਬੋਲਣਾ, ਜੱਜਾ ਨਹੀਂ ਬੋਲਣਾ, ਨੰਨਾ ਬੋਲਣਾ ਹੈ। ਸਵਾਉ ਨਾ ਜਾਣਨ ਸੁਣੀਆਂ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਵੇਂ ਦਾਲ ਭਾਜੀ ਦੇ ਭਾਂਡੇ ਦੇ ਅੰਦਰ ਕੜਛੀਆਂ ਫਿਰਦੀਆਂ ਨੇ, ਪਰ ਉਹ ਦਾਲ ਭਾਜੀ ਦੇ ਸਵਾਦ ਵੱਲੋਂ ਸੱਖਣੀਆਂ ਰਹਿੰਦੀਆਂ ਨੇ, ਉਹਨਾਂ ਨੂੰ ਸਵਾਦ ਨਹੀਂ ਉਹਨਾਂ ਨੂੰ ਹੁੰਦਾ। ਤੇ ਜੇ ਕੋਈ ਕੜਛੀ ਤੋਂ ਪੁੱਛੇ ਵੀ ਸਬਜ਼ੀ ਤੇ ਲੂਣ ਮਿਰਚ ਕਿਵੇਂ ਹੈ, ਖੀਰ ਦੇ ਵਿੱਚ ਮਿੱਠਾ ਕਿਵੇਂ ਹੈ, ਤਾਂ ਕੜਛੀ ਕੁਛ ਨਹੀਂ ਦੱਸੇਗੀ। ਹਾਲਾਂਕਿ ਉਹ ਸਬਜ਼ੀ ਭਾਜੀ ਦੇ ਵਿੱਚ ਫਿਰ ਰਹੀ ਹੈ, ਪਰ ਉਹ ਸੁੰਨੀ ਹੈ, ਖਾਲੀ ਹੈ, ਸਵਾਦ ਤੋਂ ਖਾਲੀ ਹੈ, ਫਿਰਦੀ ਵਿੱਚ ਹੀ ਹੈ, ਲੇਕਿਨ ਸਵਾਦ ਤੋਂ ਖਾਲੀ। ਕੜਛੀ ਸਵਾਦ ਨੂੰ ਨਹੀਂ ਮਾਣਦੀ। ਸਬਜ਼ੀ ਭਾਜੀ ਦੇ ਅੰਦਰ ਫਿਰਦਿਆਂ ਹੋਇਆਂ ਵੀ ਕੜਛੀ ਸਵਾਦ ਤੋਂ ਸੱਖਣੀ ਰਹਿੰਦੀ ਹੈ। ਇਹ ਮਿਸਾਲ ਲੈ ਕੇ ਤੇ ਸਾਨੂੰ ਸਮਝਾ ਰਹੇ ਨੇ, ਸਹੀ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਦਿਸਨ ਦਾ ਮਤਲਬ ਦਿਸਦੇ ਨੇ, ਸਹੀ ਮੁਖ ਦਿਸਨ ਦਾ ਮਤਲਬ ਉਹ ਮੂੰਹ ਦਿਸਦੇ ਨੇ, ਸੋਹਣੇ ਲੱਗਦੇ ਨੇ। ਪ੍ਰੇਮ ਰਸ ਦਾ ਮਤਲਬ ਪ੍ਰਭੂ ਦੇ ਪ੍ਰੇਮ ਦੇ ਰਸ ਵਿੱਚ। ਹੇ ਨਾਨਕ, ਉਹ ਮੂੰਹ ਸੋਹਣੇ ਦਿਸਦੇ ਨੇ ਜੋ ਪ੍ਰੇਮ ਦੇ ਸਵਾਦ ਵਿੱਚ ਰੰਗੇ ਗਏ ਨੇ। ਨਿਰੀਆਂ ਗੱਲਾਂ ਕਰਨ ਵਾਲੇ ਕੜਛੀਆਂ ਦੀ ਤਰ੍ਹਾਂ ਖਾਲੀ ਰਹਿ ਜਾਂਦੇ ਨੇ। ਜਿਵੇਂ ਕੜਛੀ ਸਬਜ਼ੀ ਭਾਜੀ ਦੇ ਵਿੱਚ ਹੀ ਫਿਰਦੀ ਹੈ, ਇਸੇ ਤਰ੍ਹਾਂ ਸਾਡੀ ਜ਼ਬਾਨ ਗੱਲਾਂ ਕਰਦੀ ਹੈ, ਗੱਲਾਂ ਸਾਡੀ ਜ਼ਬਾਨ ਤੇ ਜ਼ਬਾਨ ਗੱਲਾਂ ਦੇ ਨਾਲ ਇੱਕਮਿਕ ਹੋਈ ਰਹਿੰਦੀ ਹੈ, ਲੇਕਿਨ ਅੰਦਰ ਪਿਆਰ ਨਹੀਂ ਹੈ, ਅੰਦਰ ਰਸ ਨਹੀਂ ਹੈ। ਉਹਦਾ ਰੀਜ਼ਨ ਕਿ ਉਹਨਾਂ ਗੁਣਾਂ ਦੇ ਉੱਤੇ ਅਮਲ ਨਹੀਂ ਕੀਤਾ, ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਨਹੀਂ ਕੀਤਾ। ਤੇ ਜੇ ਆਪਣੀ ਜ਼ਿੰਦਗੀ ਉਹਨਾਂ ਗੁਣਾਂ ਮੁਤਾਬਕ ਨਹੀਂ ਬਣਾਈ, ਜੇ ਗੁਰਬਾਣੀ ਦੇ ਦਿੱਤੇ ਹੋਏ ਉਹ ਫਲਾਂ ਨੂੰ ਫਾਲੋ ਨਹੀਂ ਕੀਤਾ, ਜੇ ਸਤ ਸੰਤੋਖ ਦਇਆ ਧਰਮ ਦੇ ਧਾਰਨੀ ਨਹੀਂ ਹੋਏ, ਤਾਂ ਪ੍ਰੇਮ ਦਾ ਰਸ, ਨਾਮ ਦਾ ਰਸ, ਬਾਣੀ ਦਾ ਰਸ, ਸ਼ੁਭ ਗੁਣਾਂ ਦਾ ਰਸ ਜਾਂ ਸੁੱਖ ਜਿਹੜਾ ਉਹ ਮਿਲੇਗਾ ਨਹੀਂ। ਬੰਦਾ ਸੁਣਨਾ ਹੀ ਰਹੇਗਾ, ਜਿਵੇਂ ਕੜਛੀ ਰਹਿ ਜਾਂਦੀ ਹੈ। ਇਸ ਲਈ ਗੁਰੂ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਨਿਰੀਆਂ ਗਿਆਨ ਦੀਆਂ ਥੋਥੀਆਂ ਗੱਲਾਂ ਕਰਨ ਦੇ ਨਾਲ ਜ਼ਿੰਦਗੀ ਦੇ ਅੰਦਰ ਸੁੱਖ ਔਰ ਸ਼ਾਂਤੀ ਪੈਦਾ ਨਹੀਂ ਹੁੰਦੀ। ਸੁੱਖ ਔਰ ਸ਼ਾਂਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਪ੍ਰਭੂ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਦੇ ਹਾਂ, ਨਹੀਂ ਤਾਂ ਬੰਦਾ ਕੜਛੀਆਂ ਦੀ ਤਰ੍ਹਾਂ ਸੁਣਨਾ ਹੀ ਰਹਿ ਜਾਂਦਾ। ਮਹਿਲਾ ਪੰਜਵਾਂ। ਖੋਜੀ ਲੱਧਮ ਖੋਜ ਛੱਡਿਆ ਉਜਾੜ। ਖੋਜੀ ਦਾ ਮਤਲਬ ਖੋਜ ਲੱਭਣ ਵਾਲਾ,
ਜਿਹੜੇ ਮੇਰੀ ਉਮਰ ਦੇ ਵੀਰ ਭੈਣਾਂ, ਤੁਸੀਂ ਪਿੰਡਾਂ ਦੇ ਵਿੱਚ ਦੇਖਿਆ ਹੋਵੇਗਾ, ਮੱਝਾਂ ਚੋਰੀ ਹੋ ਜਾਂਦੀਆਂ ਸੀ, ਗਾਵਾਂ ਮੱਝਾਂ ਦੀ ਲੋਕ ਚੋਰੀ ਕਰਦੇ ਸੀ, ਆਮ ਹੁੰਦੀ ਸੀ ਚੋਰੀ। ਘਰਾਂ ਦੇ ਵਿੱਚ ਵੀ ਸੰਨ ਲਾ ਕੇ ਚੋਰ ਸਮਾਨ ਕੱਢ ਕੇ ਲੈ ਜਾਂਦੇ ਸੀ। ਤੇ ਫਿਰ ਉਹਨਾਂ ਨੂੰ ਲੱਭਣ ਵਾਸਤੇ ਨਾ ਕੁਝ ਖੋਜੀ ਬੰਦੇ ਹੁੰਦੇ ਸਨ, ਬੜੇ ਸਿਆਣੇ। ਜਦੋਂ ਚੋਰ ਨੇ ਕੋਈ ਚੋਰੀ ਕਰਕੇ ਜਾਣਾ ਨਾ, ਤਾਂ ਜਿਹੜੇ ਘਰ ਵਾਲੇ ਬੰਦੇ ਸਨ, ਇੱਕ ਤਸਲਾ ਦਾਬੜਾ ਲੈ ਕੇ ਉਹਦੇ ਪੈਰ ਦੇ ਨਿਸ਼ਾਨ ਉੱਤੇ ਮੁੱਦਾ ਮਾਰ ਦਿੰਦੇ ਸਨ ਕਿ ਉਹ ਨਿਸ਼ਾਨ ਮਿਟ ਨਾ ਜਾਏ। ਤੇ ਫਿਰ ਕੋਈ ਖੋਜੀ ਲੱਭਿਆ ਜਾਂਦਾ ਸੀ। ਪਿੰਡਾਂ ਦੇ ਵਿੱਚ ਖੋਜੀ ਹੁੰਦੇ ਸਨ ਜਿਹੜੇ ਖੁਰਾ ਲੱਭਦੇ ਸਨ। ਖੁਰਾ ਨੂੰ ਲੱਭਦਿਆਂ ਲੱਭਦਿਆਂ ਚੋਰ ਦੇ ਘਰ ਤੱਕ ਪਹੁੰਚ ਜਾਂਦੇ ਸਨ ਕਿ ਚੋਰ ਇਸ ਪਿੰਡ ਤੱਕ ਪਹੁੰਚਿਆ ਹੈ। ਉਹ ਖੋਜ ਖੁਰਾ ਲੱਭਣ ਵਾਲੇ ਨੂੰ ਕਹਿੰਦੇ ਨੇ ਖੋਜੀ। ਖੋਜੀ ਲੱਧਮ, ਖੋਜ, ਖੋਜ ਦਾ ਮਤਲਬ ਖੁਰਾ। ਖੋਜ ਲੱਭਣ ਵਾਲੇ ਗੁਰੂ ਦੀ ਰਾਹੀਂ ਮੈਂ ਖੋਜ ਲੱਭ ਲਿਆ, ਖੁਰਾ ਲੱਭ ਲਿਆ। ਕਿਹਦਾ? ਛੱਡਿਆ ਉਜਾੜ। ਛੱਡਿਆ ਉਜਾੜ ਦਾ ਮਤਲਬ ਉਜਾੜ ਛੱਡੀ। ਜਿਨਨੇ ਮੇਰੇ ਜੀਵਨ ਦੀ ਫਸਲ ਨੂੰ, ਖੇਤੀ ਨੂੰ ਉਜਾੜ ਛੱਡਿਆ ਨਾ, ਮੈਂ ਉਸ ਚੋਰ ਦਾ ਖੋਜ ਲੱਭ ਲਿਆ ਹੈ ਗੁਰੂ ਦੇ ਰਾਹੀਂ, ਜਿਨਨੇ ਮੇਰੇ ਜੀਵਨ ਦੀ ਖੇਤੀ ਉਜਾੜੀ ਹੈ। ਤੇ ਜੀਵਨ ਦੀ ਖੇਤੀ ਕਿੰਨੇ ਉਜਾੜੀ ਹੈ? ਮੇਰਾ ਆਤਮਿਕ ਜੀਵਨ ਕਿੰਨਾ ਨੇ ਬਰਬਾਦ ਕੀਤਾ ਹੈ? ਕਾਮ, ਕ੍ਰੋਧ, ਲੋਭ, ਮੋਹ ਆਦਿਕ ਨੇ, ਇਹਨਾਂ ਵਿਕਾਰਾਂ ਨੇ, ਮੇਰੀ ਮਾੜੀ ਬਿਰਤੀ ਨੇ, ਮੇਰੀ ਮਾੜੀ ਸੋਚ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਕਾਮ ਆਦਿਕਾਂ ਨੇ ਮੇਰੇ ਜੀਵਨ ਦੀ ਖੇਤੀ ਉਜਾੜ ਦਿੱਤੀ ਸੀ, ਜਿਨ੍ਹਾਂ ਨੇ ਮੇਰਾ ਆਤਮਿਕ ਜੀਵਨ ਬਰਬਾਦ ਕਰ ਦਿੱਤਾ ਹੈ, ਉਸ ਖੋਜ ਉਹਨਾਂ ਦਾ ਲੱਭਣ ਵਾਲੇ ਗੁਰੂ ਦੀ ਰਾਹੀਂ ਮੈਂ ਉਹਨਾਂ ਦਾ ਖੋਜ ਲੱਭ ਲਿਆ। ਭਾਵ ਕਿ ਮੈਨੂੰ ਇਹ ਜਾਣਕਾਰੀ ਮਿਲ ਗਈ ਹੈ, ਮੈਨੂੰ ਇਹ ਸਮਝ ਆ ਗਈ ਹੈ, ਗੁਰੂ ਤੋਂ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੈ, ਵਿਸ਼ਵਾਸ ਹੋ ਗਿਆ ਹੈ ਕਿ ਇਹ ਜੋ ਕਾਮ, ਕ੍ਰੋਧ, ਲੋਭ ਆਦਿਕ ਮਾੜੀਆਂ ਬਿਰਤੀਆਂ ਨੇ, ਆਤਮਿਕ ਜੀਵਨ ਨੂੰ ਇਹ ਤਬਾਹ ਕਰ ਦਿੰਦੇ ਨੇ। ਤੇ ਜਦੋਂ ਇਸ ਚੀਜ਼ ਦਾ ਪਤਾ ਲੱਗਾ, ਤੈਂ ਸ਼ਹੁ ਦਿੱਤੀ ਵਾੜ, ਨਾਨਕ ਖੇਤ ਨਾ ਛਿਜਈ। ਛਿਜਈ ਦਾ ਮਤਲਬ ਨਾਸ ਨਹੀਂ ਹੁੰਦਾ, ਉਜੜਦਾ ਨਹੀਂ। ਸਹੁ ਦਾ ਮਤਲਬ ਰੱਬ ਨੇ। ਇਹ ਪ੍ਰਭੂ, ਗੁਰੂ ਦੇ ਜਰੀਏ ਫਿਰ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਤੇ ਤੂੰ ਮੇਰੀ ਇਸ ਜੀਵਨ ਖੇਤੀ ਨੂੰ ਵਾੜ ਦੇ ਦਿੱਤੀ। ਗੁਰੂ ਦੀ ਸਹਾਇਤਾ ਦੀ ਵਾੜ ਜਾਂ ਤੇਰੇ ਗੁਣਾਂ ਦੀ ਵਾੜ ਮੈਨੂੰ ਮਿਲ ਗਈ, ਜਿਹਦੇ ਕਰਕੇ ਹੁਣ ਮੇਰਾ ਇਹ ਖੇਤ ਉਜੜਦਾ ਨਹੀਂ। ਜਿਵੇਂ ਖੇਤੀ ਦੇ ਚਫੇਰੇ ਵਾੜ ਲਾਈ ਦੀ ਸੀ ਨਾ, ਮਲੇ ਕੰਡੇ ਕਿਕਰਾਂ ਦੇ ਵੱਢ ਕੇ, ਮਲੇ ਵੱਢ ਕੇ ਚਫੇਰੇ ਵਾੜ ਲਾ ਦਿੱਤੀ ਸੀ। ਤੇ ਉਸ ਵਾੜ ਦੇ ਨਾਲ ਜਿਹੜੇ ਬਾਹਰ ਦੇ ਜਾਨਵਰ ਨੇ, ਪਸ਼ੂ ਆਦਿਕ, ਉਹ ਖੇਤ ਵਿੱਚ ਨਹੀਂ ਸਨ ਵੜਦੇ ਤੇ ਖੇਤ ਬਚ ਜਾਂਦਾ ਸੀ, ਜਿਵੇਂ ਲੋਕ ਤਾਰਾਂ ਵਗੈਰਾ ਲਾ ਦਿੰਦੇ ਨੇ। ਹੁਣ ਮੇਰੇ ਜੀਵਨ ਦੇ ਅੰਦਰ ਕਾਮ, ਕ੍ਰੋਧ ਆਦਿਕ ਪ੍ਰਵੇਸ਼ ਨਹੀਂ ਕਰਦੇ, ਕਿਉਂਕਿ ਗੁਰੂ ਦੀ ਵਿਚਾਰਧਾਰਾ ਦੀ ਵਾੜ ਲੱਗ ਗਈ ਹੈ। ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਮੈਂ ਅਪਣਾ ਲਿਆ। ਰੱਬੀ ਗੁਣਾਂ ਦੀ ਵਾੜ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਮੇਰੀ ਸੋਚ ਦੇ ਅੰਦਰ ਨੇ, ਤੇ ਇਹਨਾਂ ਗੁਣਾਂ ਕਰਕੇ ਹੁਣ ਇਹ ਕਾਮ ਆਦਿਕ ਮੇਰੇ ਜੀਵਨ ਦੀ ਫਸਲ ਨੂੰ ਨਹੀਂ ਉਜਾੜਦੇ। ਮੇਰੀ ਖੇਤੀ ਹੁਣ ਉਜੜਨ ਤੋਂ ਬਚ ਗਈ ਹੈ। ਤਾਂ ਇੱਥੋਂ ਸਾਨੂੰ ਸਿੱਖਿਆ ਮਿਲ ਰਹੀ ਹੈ ਕਿ ਕਾਮ, ਕ੍ਰੋਧ, ਵਿਕਾਰ ਜਿੰਨੇ ਵੀ ਨੇ, ਇਹ ਸਾਡੇ ਆਤਮਿਕ ਜੀਵਨ ਦੀ ਤਬਾਹੀ ਦਾ ਕਾਰਨ ਬਣਦੇ ਨੇ। ਜੇ ਕੋਈ ਇਸ ਤਬਾਹੀ ਤੋਂ ਬਚਣਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਮੈਥਡ ਹੈ ਕਿ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਲਵੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੇ। ਜਦ ਉਹ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੇਗਾ, ਉਹਦੇ ਸੋਚ ਦੇ ਅੰਦਰ ਸ਼ੁਭ ਗੁਣ ਆ ਜਾਣਗੇ, ਸੱਚਾਈ ਆ ਜਾਏਗੀ। ਤੇ ਜਿੱਥੇ ਸੱਚਾਈ ਔਰ ਸ਼ੁਭ ਗੁਣ ਆ ਜਾਣਗੇ, ਉਥੋਂ ਇਹ ਕਾਮ, ਕ੍ਰੋਧ ਆਦਿਕ ਨਸ ਜਾਣਗੇ। ਫਿਰ ਕਦੇ ਆਤਮਿਕ ਜੀਵਨ ਬਰਬਾਦ ਨਹੀਂ ਹੋਏਗਾ। ਪੌੜੀ, ਆਰਾਧਿਓ ਸੱਚਾ ਸੋਏ, ਸਭ ਕਿਛ ਜਿਸ ਪਾਸ। ਸੱਚਾ ਦਾ ਮਤਲਬ ਸਦਾ ਰਹਿਣ ਵਾਲਾ। ਆਰਾਧਿਓ ਦਾ ਮਤਲਬ ਯਾਦ ਰੱਖੋ, ਆਰਾਧਨਾ ਕਰੋ, ਹਮੇਸ਼ਾ ਯਾਦ ਰੱਖੋ। ਜੋ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਹੈ, ਉਹਨੂੰ ਹਮੇਸ਼ਾ ਯਾਦ ਰੱਖੋ, ਉਹਦੀ ਸਿਫਤ ਸਲਾਹ ਕਰਦੇ ਰਹੋ, ਗੁਣ ਗਾਉਂਦੇ ਰਹੋ, ਹਮੇਸ਼ਾ ਰੱਬੀ ਰਜਾ ਦੇ ਵਿੱਚ ਜੀਵੋ। ਸਭ ਕੁਛ ਜਿਸ ਪਾਸ, ਜਿਸ ਦੇ ਕੋਲ ਸਭ ਕੁਛ ਹੈ, ਜਿੰਨੇ ਵੀ ਪਦਾਰਥ ਨੇ, ਜੀਵਨ ਹੈ, ਸੁਖ ਹੈ, ਸ਼ਾਂਤੀ ਹੈ, ਆਨੰਦ ਖੇੜਾ ਹੈ, ਇਹ ਸਾਰਾ ਕੁਛ ਰੱਬ ਦੇ ਕੋਲ ਹੈ, ਰੱਬ ਦੇ ਹੁਕਮ ਦੇ ਅੰਦਰ ਹੈ, ਰੱਬ ਦੀ ਰਜਾ ਵਿੱਚ ਹੈ। ਜੇ ਤੁਸੀਂ ਰੱਬੀ ਰਜਾ ਵਿੱਚ ਜ਼ਿੰਦਗੀ ਜੀਵੋਗੇ, ਜੇ ਰੱਬੀ ਗੁਣਾਂ ਦੇ ਧਾਰਨੀ ਹੋਵੋਗੇ, ਤਾਂ ਫਿਰ ਹਰ ਸੁੱਖ ਤੁਹਾਨੂੰ ਮਿਲ ਜਾਏਗਾ।
ਇਸ ਲਈ ਗੁਰੂ ਜੀ ਕਹਿੰਦੇ ਨੇ, ਪਿਆਰਿਓ, ਜੇ ਹਰ ਸੁਖ ਚਾਹੁੰਦੇ ਹੋ ਤਾਂ ਜਿਸ ਪ੍ਰਭੂ ਦੇ ਕੋਲ ਸਭ ਕੁਝ ਹੈ, ਉਹ ਸਦਾ ਥਿਰ ਪ੍ਰਭੂ ਨੂੰ ਹਮੇਸ਼ਾ ਯਾਦ ਰੱਖੋ, ਉਹਦੇ ਗੁਣਾਂ ਨੂੰ ਯਾਦ ਰੱਖੋ। ਇਹ ਚੀਜ਼ ਕਦੇ ਨਾ ਭੁੱਲੇ ਕਿ ਮੈਂ ਰੱਬ ਦੀ ਰਜ਼ਾ ਵਿੱਚ ਨਹੀਂ ਤੁਰਨਾ। ਹਮੇਸ਼ਾ ਯਾਦ ਰਹੇ ਕਿ ਮੈਂ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ, ਰੱਬੀ ਗੁਣਾਂ ਦੀ ਧਾਰਨੀ ਹੋਣਾ ਹੈ। ਦੋਹਾਂ ਸਿਰਿਆਂ ਖਸਮ ਆਪ, ਇੱਥੇ ਵਿਸ਼ਰਾਮ ਲਾਵਾਂਗੇ। ਦੋਹਾਂ ਸਿਰਿਆਂ ਖਸਮ ਆਪ, ਖਿਨਮਹਿ ਕਰੇ ਰਾਸ। ਦੋ ਸਿਰੇ ਨੇ ਸਾਡੀ ਜ਼ਿੰਦਗੀ ਦੇ, ਸਾਡੇ ਜੀਵਨ ਦੇ ਦੋ ਸਿਰੇ ਨੇ। ਕਿਹੜੇ? ਇੱਕ ਜਨਮ, ਇੱਕ ਸਿਰਾ ਸਾਡਾ ਜਨਮ, ਜਿੱਥੋਂ ਸਾਡੀ ਜ਼ਿੰਦਗੀ ਸ਼ੁਰੂ ਹੋਈ, ਤੇ ਦੂਜਾ ਸਿਰਾ ਮੌਤ, ਜਿਸ ਦਿਨ ਅਸਾਂ ਖਤਮ ਹੋਣਾ ਹੈ। ਜਨਮ ਤੋਂ ਲੈ ਕੇ ਮੌਤ ਦੇ ਦਰਮਿਆਨ ਜੋ ਸਮਾਂ ਸਾਨੂੰ ਮਿਲਦਾ ਹੈ, ਉਹਨੂੰ ਕਹਿੰਦੇ ਨੇ ਜੀਵਨ। ਤੇ ਜੀਵਨ ਦੇ ਦੋ ਸਿਰੇ ਨੇ। ਜਨਮ ਤੋਂ ਇਹ ਜੀਵਨ ਸ਼ੁਰੂ ਹੁੰਦਾ ਹੈ ਤੇ ਮੌਤ ਤੇ ਜਾ ਕੇ ਮੁੱਕ ਜਾਂਦਾ ਹੈ। ਖਸਮ ਦਾ ਮਤਲਬ ਮਾਲਕ। ਤਾਂ ਜੋ ਪ੍ਰਭੂ ਹੈ, ਜੀਵਨ ਔਰ ਮੌਤ ਦਾ ਮਾਲਕ ਹੈ। ਯਾਨੀ ਜਨਮ ਵੀ ਔਰ ਮੌਤ ਵੀ ਇਹ ਰੱਬੀ ਰਜ਼ਾ ਦੇ ਵਿੱਚ ਨੇ, ਹੁਕਮ ਦੇ ਅੰਦਰ ਨੇ, ਹੁਕਮ ਤੋਂ ਬਾਹਰ ਨਹੀਂ ਹਨ। ਹੁਕਮ ਤੋਂ ਬਾਹਰ ਨਾ ਜਨਮ ਹੈ, ਹੁਕਮ ਤੋਂ ਬਾਹਰ ਨਾ ਮੌਤ ਹੈ। ਜਨਮ ਵੀ ਹੁਕਮ ਵਿੱਚ ਹੈ ਔਰ ਮੌਤ ਵੀ ਹੁਕਮ ਵਿੱਚ ਹੈ। ਇਸ ਲਈ ਇਹ ਜਨਮ ਔਰ ਮਰਨ ਸਾਰਾ ਕੁਝ ਪ੍ਰਭੂ ਦੇ ਹੁਕਮ ਵਿੱਚ ਹੈ। ਖਿਨਮਹਿ ਕਰੇ ਰਾਸ। ਹੁਣ ਜਿਹਦੇ ਹੱਥ ਦੇ ਅੰਦਰ ਇਹ ਦੋਵੇਂ ਸਿਰੇ ਨੇ, ਦੋਵੇਂ ਸਿਰੇ ਦਾ ਮਤਲਬ ਪੂਰਾ ਜੀਵਨ ਜਿਹਦੇ ਵਸ ਵਿੱਚ ਹੈ। ਖਿਨਮਹਿ ਕਰੇ ਰਾਸ, ਜੇ ਉਹਦੇ ਚਰਨਾਂ ਦੀ ਸ਼ਰਨ ਲਈ ਜਾਏ ਤਾਂ ਇੱਕ ਪਲ ਦੇ ਅੰਦਰ ਹੀ ਉਹ ਸਾਡੇ ਕਾਰਜ ਰਾਸ ਕਰ ਦਿੰਦਾ ਹੈ, ਜੀਵਨ ਨੂੰ ਰਾਸ ਕਰ ਦਿੰਦਾ ਹੈ। ਰਾਸ ਦਾ ਮਤਲਬ ਸਵਾਰ ਦਿੰਦਾ ਹੈ, ਇੱਕ ਪਲ ਵਿੱਚ ਹੀ ਜੀਵਨ ਨੂੰ ਸੰਵਾਰ ਦਿੰਦਾ ਹੈ। ਔਰ ਯਾਦ ਰੱਖਣ ਵਾਲੀ ਗੱਲ ਔਰ ਸਮਝਣ ਵਾਲੀ ਗੱਲ ਹੈ ਕਿ ਹਕੀਕਤ ਹੈ ਜੀਵਨ ਇੱਕ ਪਲ ਵਿੱਚ ਹੀ ਬਦਲ ਜਾਂਦਾ ਹੈ, ਬਹੁਤਾ ਸਮਾਂ ਨਹੀਂ ਲੱਗਦਾ। ਅਸੀਂ ਦੇਖਦੇ ਹਾਂ ਹੁਣ ਸ਼ੇਖ ਸੱਜਣ ਹੈ, ਕਿੰਨਾ ਵਿਗੜਿਆ ਹੋਇਆ ਬੰਦਾ ਹੈ, ਚੋਰੀਆਂ ਵੀ ਕਰਦਾ ਹੈ, ਕਰਾਂਦਾ ਵੀ ਇਹ, ਡਾਕੇ ਮਾਰਦਾ ਹੈ। ਜਿਹੜੇ ਮੁਸਾਫਰ ਆਉਂਦੇ ਜਾਂਦੇ ਨੇ ਉਹਨਾਂ ਦੇ ਰਹਿਣ ਵਾਸਤੇ ਰਾਸਤੇ ਵਿੱਚ ਧਰਮਸ਼ਾਲਾ ਆਦਿਕ ਬਣਾਈ ਹੋਈ ਹੈ, ਪਰ ਜਿਹੜਾ ਉਹਦੀ ਧਰਮਸ਼ਾਲਾ ਵਿੱਚ ਚਲਾ ਜਾਂਦਾ ਹੈ ਉਹਨੂੰ ਲੁੱਟ ਲੈਂਦਾ ਹੈ, ਕਤਲ ਕਰ ਦਿੰਦਾ ਹੈ, ਲਾਸ਼ਾਂ ਖੁਰਦ-ਬੁਰਦ ਕਰ ਦਿੰਦਾ ਹੈ। ਕਤਲਗਾਹ ਇੱਕ ਲੁੱਟ ਦੀ ਜਗ੍ਹਾ ਬਣੀ ਹੋਈ ਹੈ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਲੋਕ ਰੋਕ ਰਹੇ ਨੇ ਕਿ ਪਾਤਸ਼ਾਹ ਜੀ ਉਸ ਪਾਸੇ ਨਾ ਜਾਓ, ਬੜਾ ਵੱਡਾ ਠੱਗ, ਚੋਰ, ਲੁਟੇਰਾ ਉੱਥੇ ਹੈ, ਲੋਕਾਂ ਨੂੰ ਕਤਲ ਕਰਦਾ ਹੈ, ਜੋ ਕੁਛ ਹੈ ਲੁੱਟ ਲਏਗਾ। ਪਰ ਗੁਰੂ ਜੀ ਤੇ ਆਏ ਹੀ ਐਸੇ ਲੋਕਾਂ ਨੂੰ ਸੁਧਾਰਨ ਲਈ ਨੇ। ਉੱਥੇ ਗਏ ਨੇ ਤੇ ਉੱਥੇ ਗੁਰੂ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ, ਸ਼ੇਖ ਸੱਜਣ ਨੂੰ ਸਮਝਾਇਆ ਹੈ, ਉਹਦੀ ਸਮਝ ਦੇ ਅੰਦਰ ਗੁਰੂ ਦੇ ਬਚਨ ਬੈਠੇ ਨੇ ਤੇ ਪਿਛਲੇ ਗੁਨਾਹਾਂ ਦੀ ਉਹਨੇ ਮੁਆਫੀ ਮੰਗੀ ਹੈ ਤੇ ਅੱਗੇ ਤੋਂ ਜੀਵਨ ਸਹੀ ਕੀਤਾ ਹੈ। ਇੱਕ ਪਲ ਹੀ ਲੱਗਾ ਨਾ, ਜਿਹੜਾ ਚੋਰ ਲੁਟੇਰਾ ਸੀ ਉਹ ਇੱਕ ਪਲ ਦੇ ਵਿੱਚ ਹੀ ਭਾਈ ਬਣ ਗਿਆ ਤੇ ਜਿਹੜਾ ਕਤਲਗਾਹ ਸੀ ਉਹ ਇੱਕ ਪਲ ਦੇ ਅੰਦਰ ਹੀ ਧਰਮ ਅਸਥਾਨ, ਧਰਮਸ਼ਾਲਾ, ਗੁਰਦੁਆਰਾ ਹੋ ਨਿਬੜਿਆ। ਤਾਂ ਜਦੋਂ ਕੋਈ ਪ੍ਰਭੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ ਤਾਂ ਪ੍ਰਭੂ ਇਸ ਜੀਵਨ ਨੂੰ ਇੱਕ ਪਲ ਦੇ ਅੰਦਰ ਹੀ ਰਾਸ ਕਰ ਦਿੰਦਾ ਹੈ। ਇਸ ਲਈ ਸਾਨੂੰ ਵੀ ਪ੍ਰਭੂ ਦੇ ਚਰਨਾਂ ਦੀ ਸ਼ਰਨ ਲੈਣੀ ਚਾਹੀਦੀ ਹੈ, ਭਾਵ ਸੱਚ ਦੇ ਨਾਲ ਜੁੜਨਾ ਚਾਹੀਦਾ ਹੈ। ਜਦੋਂ ਵੀ ਕੋਈ ਸੱਚ ਨਾਲ ਜੁੜ ਜਾਂਦਾ ਹੈ ਉਦੋਂ ਹੀ ਉਸ ਦਾ ਜੀਵਨ ਸਫਲਤਾ ਦੇ ਰਾਹਾਂ ਵੱਲ ਵੱਧ ਜਾਂਦਾ ਹੈ। ਤਿਆਗੋ ਸਗਲ ਉਪਾਵ ਤਿਸ ਕੀ ਓਟ ਗਹੋ। ਬਾਕੀ ਸਾਰੇ ਉਪਾਵ ਦਾ ਮਤਲਬ ਹੀਲੇ ਵਸੀਲੇ ਛੱਡ ਦਿਓ, ਪ੍ਰਭੂ ਦੀ ਓਟ ਲਓ। ਗਹੋ ਦਾ ਮਤਲਬ ਲਓ, ਪ੍ਰਭੂ ਦਾ ਆਸਰਾ ਲਓ, ਬਾਕੀ ਸਾਰੇ ਹੀਲੇ ਵਸੀਲੇ ਛੱਡ ਦਿਓ। ਬਾਕੀ ਹੀਲੇ ਵਸੀਲੇ ਦਾ ਮਤਲਬ ਇਹ ਨਹੀਂ ਕਿ ਦੁਕਾਨ ਕਰਨੀ ਛੱਡ ਦਿਓ, ਖੇਤੀਬਾੜੀ ਛੱਡ ਦਿਓ ਜਾਂ ਕੰਮ ਕਰਨਾ ਛੱਡ ਦਿਓ, ਇਹ ਨਹੀਂ। ਹੀਲੇ ਵਸੀਲੇ ਆਤਮਿਕ ਜੀਵਨ ਨੂੰ ਬਚਾਉਣ ਵਾਲੇ ਜਿੰਨੇ ਵੀ ਆ ਵਰਤ ਨੇ, ਨਰਾਤੇ ਨੇ, ਸਰਾਧ ਨੇ, ਵਿਖਾਵੇ ਦੇ ਪੂਜਾ ਪਾਠ ਨੇ, ਮਾਲਾ ਫੇਰਨੀਆਂ ਨੇ, ਤਿਆਗ ਹੈ, ਹੋਰ ਕਿੰਨਾ ਕੁਛ ਲੋਕ ਕਰ ਰਹੇ ਨੇ, ਇਹ ਸਭ ਹੀਲੇ ਵਸੀਲੇ ਛੱਡ ਦਿਓ। ਇਹਨਾਂ ਹੀਲਿਆਂ ਵਸੀਲਿਆਂ ਨਾਲ ਕੋਈ ਸੁੱਖ ਨਹੀਂ ਮਿਲਦਾ, ਮੁਕਤੀ ਨਹੀਂ ਮਿਲਦੀ, ਆਤਮਿਕ ਆਨੰਦ ਨਹੀਂ ਮਿਲਦਾ। ਪ੍ਰਭੂ ਦੀ ਰਜ਼ਾ ਵਿੱਚ ਤੁਰੋ, ਪ੍ਰਭੂ ਦੇ ਗੁਣਾਂ ਦਾ ਆਸਰਾ ਲਓ, ਸੱਚ ਨੂੰ ਆਪਣੇ ਜੀਵਨ ਦਾ ਆਸਰਾ ਬਣਾਓ, ਦਇਆ ਧਰਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਓ। ਬਾਕੀ ਸਾਰੇ ਕਰਮ ਕਾਂਡਾਂ ਨੂੰ ਛੱਡ ਦਿਓ,
ਵਿਕਾਰਾਂ ਪਾਪਾਂ ਨੂੰ ਛੱਡ ਦਿਓ, ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਓ। ਪਉ ਸਰਣਾਈ ਭੱਜ, ਸੁਖੀ ਹੂੰ ਸੁਖ ਲਹੋ। ਇਹਨੂੰ ਭੱਜ ਨਹੀਂ ਪੜਨਾ, ਪੋਲਾ ਨਹੀਂ ਬੋਲਣਾ, ਭੱਜ। ਭੱਜ, ਭੱਜ ਦਾ ਮਤਲਬ ਭੱਜਣਾ, ਤੇ ਭੱਜ ਦੇ ਜੱਜੇ ਨਾਲ ਸਿਹਾਰੀ ਆਉਣ ਕਰਕੇ ਅਰਥ ਬਣ ਗਿਆ ਹੈ ਭੱਜ ਕੇ, ਦੌੜ ਕੇ। ਪਉ ਸਰਣਾਈ ਭੱਜ, ਯਾਨੀ ਦੌੜ ਕੇ ਪ੍ਰਭੂ ਦੇ ਚਰਨਾਂ ਦੀ ਸ਼ਰਨ ਪੈ ਜਾ। ਹੌਲੀ ਹੌਲੀ ਕਿਉਂ ਨਹੀਂ, ਦੌੜ ਕੇ ਕਿਉਂ? ਮਤਲਬ ਜਲਦੀ, ਹੁਣੇ ਹੀ, ਦੇਰ ਨਾ ਕਰ। ਜਿੰਨੀ ਵੀ ਜਲਦੀ ਹੁੰਦਾ ਹੈ ਰੱਬ ਦੀ ਸ਼ਰਨ ਲੈ। ਪਉ ਸ਼ਰਨਾਈ ਭੱਜ, ਭੱਜ ਕੇ ਪ੍ਰਭੂ ਦੀ ਸ਼ਰਨ ਫੜ ਲੈ, ਪ੍ਰਭੂ ਦੇ ਚਰਨਾਂ ਵਿੱਚ ਚਲਾ ਜਾ, ਮਨ ਦੀ ਮੱਤ ਤਿਆਗ ਦੇ। ਤੇ ਉਹਦੇ ਨਾਲ ਕੀ ਹੋਏਗਾ? ਸੁਖੀ ਹੂੰ ਸੁਖ ਲਹੋ। ਸੁਖੀ ਹੂੰ ਸੁਖ ਦਾ ਮਤਲਬ ਸੁਖ ਹੀ ਸੁਖ, ਸਭ ਤੋਂ ਵੱਡਾ ਸੁਖ, ਸਾਰਿਆਂ ਸੁੱਖਾਂ ਦਾ ਸਾਰ। ਤਾਂ ਤੈਨੂੰ ਸਾਰੇ ਸੁੱਖ ਮਿਲ ਜਾਣਗੇ, ਤੇਰੇ ਜੀਵਨ ਦੇ ਅੰਦਰ ਸੁੱਖਾਂ ਦਾ ਸਾਰ ਆ ਜਾਏਗਾ, ਤੱਤ ਆ ਜਾਏਗਾ, ਆਤਮਿਕ ਜੀਵਨ ਮਿਲ ਜਾਏਗਾ, ਆਤਮਿਕ ਆਨੰਦ ਮਿਲ ਜਾਏਗਾ। ਤੇਰੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਜੇ ਤੂੰ ਭੱਜ ਕੇ ਪ੍ਰਭੂ ਦੀ ਸ਼ਰਨ ਲੈ ਲਵੇਂ। ਆ ਕਰਮ ਕਾਂਡਾਂ ਨੂੰ ਛੱਡ ਦੇ। ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ। ਸੰਤਾਂ ਸੰਗ ਦਾ ਮਤਲਬ ਜੋ ਰੱਬ ਦੇ ਪਿਆਰੇ ਨੇ, ਸਤਸੰਗੀ ਨੇ, ਜੋ ਸਚਿਆਰ ਨੇ, ਜਿਹੜੇ ਸੱਚੀ ਜ਼ਿੰਦਗੀ ਜੀ ਰਹੇ ਨੇ, ਜਿਨ੍ਹਾਂ ਨੇ ਆਤਮਿਕ ਜੀਵਨ ਹਾਸਲ ਕਰ ਲਿਆ ਹੈ, ਜਿਨ੍ਹਾਂ ਨੇ ਆਪਣੇ ਮਨ ਦੀ ਮੱਤ ਤਿਆਗ ਦਿੱਤੀ ਹੈ, ਜੋ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ ਨੇ, ਉਹਨਾਂ ਦੀ ਸੰਗਤ ਕਰ। ਉਹਨਾਂ ਦੀ ਸੰਗਤ ਕੀਤਿਆਂ ਕੀ ਮਿਲੇਗਾ? ਤਾਂ ਉਹ ਉੱਚੀ ਸਮਝ ਪ੍ਰਾਪਤ ਹੁੰਦੀ ਹੈ, ਤਤ ਗਿਆਨ, ਅਸਲੀਅਤ ਦਾ ਗਿਆਨ, ਯੂਨੀਵਰਸਲ ਟਰੁਥ ਸਮਝ ਆ ਜਾਂਦੀ ਹੈ, ਬ੍ਰਹਿਮੰਡੀ ਸੱਚ ਦੀ, ਕਿ ਅਸਲੀਅਤ ਕੀ ਹੈ, ਜ਼ਿੰਦਗੀ ਦੀ ਅਸਲੀਅਤ, ਸੰਸਾਰ ਦੀ ਅਸਲੀਅਤ, ਜੋ ਅਸੀਂ ਕਰਮ ਕਰ ਰਹੇ ਹਾਂ ਉਹਦੀ ਅਸਲੀਅਤ ਕੀ ਹੈ, ਉਹਦਾ ਰਿਜ਼ਲਟ ਕੀ ਨਿਕਲੇਗਾ। ਤਾਂ ਕਾਮਨ ਸੈਂਸ ਮਿਲ ਜਾਏਗੀ, ਵਿਵੇਕ ਬੁੱਧ ਮਿਲ ਜਾਏਗੀ। ਤੇ ਇਹ ਵਿਵੇਕ ਬੁੱਧ ਦਾ ਮਿਲ ਜਾਣਾ ਹੀ ਸਾਰੇ ਕਰਮ ਧਰਮ ਨੇ, ਕਰਮਾਂ ਧਰਮਾਂ ਦਾ ਨਿਚੋੜ ਹੈ। ਭਾਵ ਕਿ ਤੈਨੂੰ ਹੋਰ ਕਰਮ ਧਰਮ ਕਰਨ ਦੀ ਲੋੜ ਨਹੀਂ। ਕਰਮ ਧਰਮ ਦਾ ਮਤਲਬ ਧਰਮ ਦੇ ਨਾਮ ਤੇ ਮਿੱਥੇ ਹੋਏ ਕਰਮ, ਰਿਵਾਜ, ਰਸਮਾਂ। ਤੀਰਥਾਂ ਤੇ ਨਹਾਉਣਾ ਹੈ, ਥੋੜੀ ਮਾਲਾ ਸ਼ਾਲਾ ਫੇਰ ਲੈਣੀ ਹੈ, ਸਵੇਰੇ ਉੱਠ ਕੇ ਥੋੜੀ ਸਮਾਧੀ ਸਮੂਧੀ ਲਾ ਲੈਣੀ, ਧੂਪ ਬੱਤੀਆਂ ਦਿਖਾ ਲੈਣੀਆਂ, ਵਰਤ ਨਰਾਤੇ, ਇਹ ਸਾਰੇ ਕਰਮ ਧਰਮ, ਧਰਮ ਦੇ ਨਾਮ ਤੇ ਮਿੱਥੇ ਹੋਏ ਜੋ ਵਿਖਾਵੇ ਦੇ ਕਰਮ ਨੇ, ਸਭ ਛੁੱਟ ਜਾਣਗੇ। ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚ ਤਤ ਗਿਆਨ ਮਿਲੇਗਾ, ਜ਼ਿੰਦਗੀ ਦੀ ਅਸਲੀਅਤ ਨੂੰ ਸਮਝਣ ਵਾਲੀ ਵਿਵੇਕ ਬੁੱਧ ਮਿਲ ਜਾਂਦੀ ਹੈ ਜੇ ਕੋਈ ਪ੍ਰਭੂ ਪਿਆਰਿਆਂ ਦੀ ਸੰਗਤ ਕਰੇ। ਜਪੀਏ ਅੰਮ੍ਰਿਤ ਨਾਮ, ਬਿਘਨ ਨਾ ਲੱਗੈ ਕੋਏ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ। ਨਾਮ ਦਾ ਮਤਲਬ, ਜਦੋਂ ਤੁਸੀਂ ਬੋਲੋਗੇ ਤੇ ਮੈਨੂੰ ਸਮਝ ਆ ਜਾਏ ਕਿ ਤੁਸੀਂ ਬੋਲ ਰਹੇ ਹੋ। ਨਾਮ ਦਾ ਮਤਲਬ ਹੁਕਮ, ਰਜ਼ਾ, ਭਾਣਾ। ਜਪੀਏ ਦਾ ਮਤਲਬ ਜਾਣੀਏ। ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਜਾਣੀਏ, ਜਾਣੀਏ ਦਾ ਮਤਲਬ ਸਾਂਝ ਪਾਈਏ। ਜੇ ਆਤਮਿਕ ਦੇਵਨ ਵਾਲੇ ਪ੍ਰਭੂ ਦੇ ਹੁਕਮ ਦੇ ਨਾਲ ਸਾਂਝ ਪਾ ਲਈਏ, ਹੁਕਮ ਨੂੰ ਜਾਣ ਲਈਏ, ਹੁਕਮ ਨੂੰ ਸਮਝ ਲਈਏ ਔਰ ਹੁਕਮ ਮੁਤਾਬਕ ਜ਼ਿੰਦਗੀ ਜੀਵੀਏ, ਫਿਰ ਕੀ ਹੋਏਗਾ? ਵਿਘਨ ਨਾ ਲੱਗੇ ਕੋਈ, ਜ਼ਿੰਦਗੀ 'ਚ ਕੋਈ ਵਿਘਨ ਨਹੀਂ ਲੱਗੇਗਾ, ਰੁਕਾਵਟ ਨਹੀਂ ਆਏਗੀ। ਆਤਮਿਕ ਜੀਵਨ ਦੇ ਅੰਦਰ ਫਿਰ ਕੋਈ ਰੁਕਾਵਟ ਨਹੀਂ ਆਏਗੀ। ਫਿਰ ਤੁਹਾਨੂੰ ਸਕਾਰਾਤਮਕ ਹੋਣ ਤੋਂ ਕੋਈ ਰੋਕ ਨਹੀਂ ਪਾਏਗਾ, ਫਿਰ ਚੜ੍ਹਦੀ ਕਲਾ ਵਿੱਚ ਰਹਿਣ ਤੋਂ ਤੁਹਾਨੂੰ ਰੋਕ ਨਹੀਂ ਪਾਏਗਾ, ਫਿਰ ਰੱਬ ਦੇ ਨਾਲ ਮਿਲਣ ਤੋਂ ਤੁਹਾਨੂੰ ਕੋਈ ਰੋਕ ਨਹੀਂ ਪਾਏਗਾ, ਫਿਰ ਕੋਈ ਵਿਘਨ ਨਹੀਂ ਲੱਗੇਗਾ ਤੁਹਾਡੇ ਆਤਮਿਕ ਜੀਵਨ ਵਿੱਚ। ਆਨੰਦ, ਖੁਸ਼ੀਆਂ, ਖੇੜੇ, ਪ੍ਰਸੰਨਤਾ ਬਣ ਜਾਣਗੀਆਂ ਜੇਕਰ ਪ੍ਰਭੂ ਦੇ ਆਤਮਿਕ ਜੀਵਨ ਦੇਣ ਵਾਲੇ ਹੁਕਮ ਦੇ ਨਾਲ ਸਾਂਝ ਪਾ ਲਈ ਜਾਏ। ਗੁਰਬਾਣੀ ਸਾਨੂੰ ਬਾਰ-ਬਾਰ ਪ੍ਰੇਰਦੀ ਹੈ, ਹੁਕਮ ਰਜ਼ਾਈ ਚੱਲਣਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ। ਤਾਂ ਅਸੀਂ ਸਿਸਟਮ ਨੂੰ ਸਮਝਣਾ ਹੈ, ਹੁਕਮ ਨੂੰ ਸਮਝਣਾ ਹੈ। ਰੱਬੀ ਰਜ਼ਾ ਦੇ ਵਿੱਚ ਤੁਰਨ ਦੇ ਨਾਲ ਆਤਮਿਕ ਜੀਵਨ ਦੇ ਵਿਘਨ ਸਾਰੇ ਖਤਮ ਹੋ ਜਾਂਦੇ ਨੇ, ਰਾਸਤੇ ਆਪਣੇ ਆਪ ਖੁੱਲੀ ਜਾਂਦੇ। ਜਿਸ ਨੂੰ ਆਪ ਦਇਆਲ ਤਿਸ ਮਨ ਵੁੱਠਿਆ। ਵੁੱਠਿਆ ਦਾ ਮਤਲਬ ਵਸ ਪੈਂਦਾ ਹੈ, ਵਸਦਾ ਹੈ, ਆਣ ਕੇ ਵਸ ਜਾਂਦਾ ਹੈ, ਟਿਕ ਜਾਂਦਾ ਹੈ। ਜਿਸ ਮਨੁੱਖ ਤੇ ਪ੍ਰਭੂ ਆਪ ਮਿਹਰਬਾਨ ਹੋਵੇ
ਉਹਦੇ ਮਨ ਦੇ ਅੰਦਰ ਪ੍ਰਭੂ ਆਪ ਆਣ ਕੇ ਵਸ ਜਾਂਦਾ। ਦੇਖੋ ਇਹ ਚੀਜ਼ ਥੋੜੀ ਜੀ ਸਮਝਣ ਵਾਲੀ ਹੈ। ਅਸੀਂ ਰੋਜ਼ ਕਹਿੰਦੇ ਆ ਸਭ ਮੈਂ ਜੋਤ ਜੋਤ ਐ ਸੋਏ। ਹੁਣ ਰੱਬ ਵਸਿਆ ਤੇ ਹੋਇਆ ਹੀ ਅੰਦਰ, ਲੇਕਿਨ ਅਸੀਂ ਉਹਨੂੰ ਵੇਖ ਨਹੀਂ ਪਾ ਰਹੇ, ਅਸੀਂ ਉਹਨੂੰ ਸਮਝ ਨਹੀਂ ਪਾ ਰਹੇ। ਜਿੱਥੇ ਰੱਬ ਹੋਏਗਾ ਉੱਥੇ ਰੱਬੀ ਗੁਣ ਹੋਣਗੇ। ਫਿਰ ਉਹ ਰੱਬ ਆ ਕੇ ਵਸ ਜਾਏਗਾ ਦਾ ਮਤਲਬ ਸਾਡੀ ਸੁਰਤ ਦੇ ਅੰਦਰ, ਸਾਡੀ ਸੋਚ ਦੇ ਅੰਦਰ ਰੱਬੀ ਗੁਣ ਵਸ ਜਾਣਗੇ। ਸੋਚ ਵਿੱਚ ਰੱਬ ਵਸ ਜਾਏਗਾ। ਹੁਣ ਸੋਚ ਵਿੱਚ ਨਹੀਂ ਹੈ, ਜ਼ਬਾਨ ਤੇ ਹੈ। ਜ਼ਬਾਨ ਦੇ ਨਾਲ ਤੇ ਆਮ ਬੰਦਾ ਰੱਬ ਦੀ ਗੱਲ ਕਰ ਰਿਹਾ ਹੈ, ਧਰਮ ਦੀ ਗੱਲ ਕਰ ਰਿਹਾ ਹੈ, ਸੱਚ ਦੀ ਗੱਲ ਕਰ ਰਿਹਾ ਹੈ ਕਿ ਸੱਚ ਬੋਲਣਾ ਚਾਹੀਦਾ ਹੈ, ਰਿਸ਼ਵਤ ਲੈਣੀ ਮਾੜੀ ਹੈ, ਪਾਪ ਅਪਰਾਧ ਨਹੀਂ ਕਰਨੇ ਚਾਹੀਦੇ, ਨਸ਼ੇ ਨਹੀਂ ਹੋਣੇ ਚਾਹੀਦੇ, ਇਹ ਸਭ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਨੇ, ਦਾਜ ਦਹੇਜ ਮੁੱਕਣਾ ਚਾਹੀਦਾ ਹੈ, ਘਰਾਂ ਵਿੱਚ ਸ਼ਾਂਤੀ ਹੋਣੀ ਚਾਹੀਦੀ। ਗੱਲਾਂ ਤੇ ਸਾਰੇ ਕਰ ਰਹੇ ਨੇ, ਪਰ ਇਹ ਚੀਜ਼ਾਂ ਸੋਚ ਵਿੱਚ ਨਹੀਂ ਹੈ ਨਾ, ਜ਼ਬਾਨ ਤੇ ਨੇ, ਸੋਚ ਵਿੱਚ ਨਹੀਂ। ਜੇ ਸੋਚ ਵਿੱਚ ਵਸੀਆਂ ਹੁੰਦੀਆਂ ਤਾਂ ਫਿਰ ਸਾਡੇ ਬਿਹੇਵੀਅਰ ਵਿੱਚ ਵੀ ਆ ਜਾਣੀਆਂ ਸੀ, ਜ਼ਬਾਨ ਵਿੱਚ ਵੀ ਆਣੀਆਂ ਸੀ, ਬਿਹੇਵੀਅਰ ਵਿੱਚ ਵੀ ਆ ਜਾਣੀਆਂ ਸੀ। ਇਹਨੂੰ ਕਹਿੰਦੇ ਨੇ ਜਿਸ ਤਿਸ ਮਨ ਉੱਠਿਆ, ਜਿਹਦੇ ਤੇ ਰਹਿਮਤ ਕਰਦਾ ਹੈ ਉਹਦੀ ਸੋਚ ਦੇ ਅੰਦਰ ਆਵਸਥਾ, ਉਹਦੇ ਬਿਹੇਵੀਅਰ ਦੇ ਅੰਦਰ ਆਵਸਥਾ ਹੈ। ਪਾਈਆਂ ਸਭ ਨਿਧਾਨ ਸਾਹਿਬ ਟੁੱਠਿਆ। ਟੁੱਠਿਆਂ ਦਾ ਮਤਲਬ ਮਿਹਰਬਾਨ ਹੋਣ ਦੇ ਨਾਲ। ਜੇ ਪ੍ਰਭੂ ਟੁੱਟ ਪਏ, ਪ੍ਰਭੂ ਮਿਹਰਬਾਨ ਹੋ ਜਾਏ। ਪਾਈਆਂ ਦਾ ਮਤਲਬ ਪਾ ਲਈ ਦੇ ਨੇ। ਸਭ ਨਿਧਾਨ ਦਾ ਮਤਲਬ ਸਾਰੇ ਖਜ਼ਾਨੇ, ਸਾਰੇ ਸੁੱਖਾਂ ਦੇ ਖਜ਼ਾਨੇ ਪਾ ਲਈਦੇ ਨੇ, ਗੁਣਾਂ ਦੇ ਖਜ਼ਾਨੇ ਮਿਲ ਜਾਂਦੇ ਨੇ। ਸਰੀਰਕ ਸੁੱਖ, ਮਾਨਸਿਕ ਸੁੱਖ, ਆਤਮਿਕ, ਬੌਧਿਕ, ਪਰਿਵਾਰਕ, ਵਿਵਹਾਰਕ ਸੁੱਖ, ਯਾਨੀ ਹਰ ਕਿਸਮ ਦਾ ਸੁੱਖ, ਸੁੱਖਾਂ ਦਾ ਖਜ਼ਾਨਾ ਮਿਲ ਜਾਂਦਾ ਹੈ ਜਦੋਂ ਸਾਹਿਬ ਟੁੱਟਦਾ ਹੈ, ਪ੍ਰਸੰਨ ਹੁੰਦਾ ਹੈ, ਦਇਆ ਕਰਦਾ ਹੈ, ਰਹਿਮਤ ਕਰਦਾ ਹੈ। ਹੁਣ ਇਹ ਚੀਜ਼ ਬੜੇ ਗੌਰ ਨਾਲ ਸਮਝਣ ਵਾਲੀ ਹੈ। ਵੈਸੇ ਆਪਾਂ ਰੋਜ਼ ਇੱਥੇ ਵਿਚਾਰ ਕਰਦੇ ਹਾਂ। ਜੇ ਹੁਣ ਅਸੀਂ ਕਹੀਏ ਕਿ ਮੇਰੇ ਜੀਵਨ ਵਿੱਚ ਸੁੱਖ ਨਹੀਂ, ਤਾਂ ਇਹਦਾ ਮਤਲਬ ਜੇ ਮੈਂ ਵਿਆਖਿਆ ਇਸ ਤਰ੍ਹਾਂ ਕਰਾਂ ਕਿ ਰੱਬ ਨੇ ਮੇਰੇ ਤੇ ਵਿਆਖਿਆ ਨਹੀਂ ਕੀ, ਰੱਬ ਨੇ ਮੇਰੇ ਤੇ ਕਿਰਪਾ ਨਹੀਂ ਕੀਤੀ ਤਾਂ ਮੇਰੀ ਜ਼ਿੰਦਗੀ ਵਿੱਚ ਸੁੱਖ ਨਹੀਂ। ਤੁਹਾਡੇ ਤੇ ਰੱਬ ਨੇ ਕਿਰਪਾ ਕੀਤੀ ਹੈ ਤਾਂ ਤੁਹਾਡੇ ਜੀਵਨ ਵਿੱਚ ਸੁੱਖ ਹੈ। ਮੈਂ ਚੰਗੇ ਕਰਮ ਨਹੀਂ ਕਰ ਰਿਹਾ, ਰੱਬ ਨੇ ਮੇਰੇ ਤੇ ਕਿਰਪਾ ਨਹੀਂ ਕੀਤੀ, ਤਾਂ ਇਹਦਾ ਮਤਲਬ ਗਲਤੀ ਫਿਰ ਮੇਰੀ ਤੇ ਨਾ ਹੋਈ, ਗਲਤੀ ਤੇ ਫਿਰ ਰੱਬ ਦੀ ਹੋਈ। ਤਾਂ ਸਾਹਿਬ ਟੁੱਟਣ ਦਾ ਮਤਲਬ ਰੱਬ ਤੇ ਕਿਰਪਾ ਕਰ ਹੀ ਰਿਹਾ ਹੈ। ਅਸੀਂ ਉਹਦੀ ਕਿਰਪਾ ਦੇ ਪਾਤਰ ਬਣਨਾ ਹੈ, ਅਸੀਂ ਉਹਦੀ ਕਿਰਪਾ ਨੂੰ ਠੀਕ ਯੂਜ਼ ਕਰਨਾ ਹੈ। ਇਹ ਆਪਾਂ ਵਿਚਾਰ ਰੋਜ਼ ਕਰ ਰਹੇ ਹਾਂ ਕਿ ਪ੍ਰਭੂ ਨੇ ਸਾਨੂੰ ਦਿਮਾਗ ਦਿੱਤਾ ਹੈ, ਅੱਖਾਂ ਦਿੱਤੀਆਂ ਨੇ, ਧੀਆਂ ਪੁੱਤਰ, ਭੈਣ ਭਰਾ, ਜ਼ਮੀਨ ਜਾਇਦਾਦ, ਬਹੁਤ ਕੁਛ, ਅਖੰਡ ਮੰਡਲ ਬ੍ਰਹਿਮੰਡ, ਸਾਰਾ ਕੁਛ ਦਿੱਤਾ ਹੈ। ਇਹਦੀ ਹੁਣ ਵਰਤੋਂ ਕਰਨੀ ਹੈ ਨਾ ਅਸਾਂ। ਇਹਦੀ ਵਰਤੋਂ ਸਾਡੇ ਜੀਵਨ ਦੇ ਅੰਦਰ ਸੁੱਖ ਜਾਂ ਦੁੱਖ ਪੈਦਾ ਕਰੇਗੀ। ਜੇ ਅਸੀਂ ਆਪਣੀ ਗੱਲ ਕਰੀਏ ਕਲਾਸ ਵਾਲੇ ਵੀਰ ਭੈਣਾਂ, ਜੇ ਅਸੀਂ ਪਿਆਰ ਮੁਹੱਬਤ ਨਾਲ ਬੋਲਦੇ ਹਾਂ, ਪਿਆਰ ਮੁਹੱਬਤ ਨਾਲ ਵਰਤਦੇ ਹਾਂ, ਤਾਂ ਇਹ ਵਰਤਨ ਸਾਡੇ ਜੀਵਨ ਵਿੱਚ ਖੁਸ਼ੀ ਪੈਦਾ ਕਰੇਗਾ, ਇੱਕ ਦੂਜੇ ਦੇ ਨਜ਼ਦੀਕ ਲਿਆਏਗਾ। ਤੇ ਜੇ ਅਸੀਂ ਆਪਣੀ ਜ਼ਬਾਨ ਦੀ ਵਰਤੋਂ ਮਾੜੀ ਕਰਾਂਗੇ ਤਾਂ ਸਾਡੇ ਵਿੱਚ ਦੂਰੀਆਂ ਵਧਣਗੀਆਂ। ਹੁਣ ਅਸੀਂ ਰੱਬ ਦੀ ਰਹਿਮਤ ਨੂੰ ਵਰਤਣਾ ਹੈ ਨਾ, ਤਾਂ ਜਿਹੜਾ ਉਸ ਦੀ ਰਹਿਮਤ ਦਾ ਪਾਤਰ ਬਣਦਾ ਹੈ ਉਹ ਸਾਰੇ ਖਜ਼ਾਨੇ ਪਾ ਲੈਂਦਾ ਹੈ। ਸ਼ਲੋਕ ਮਹਿਲਾ ਪੰਜਵਾਂ। ਲੱਧਨ ਲੱਭਣ ਹਾਰ, ਕਰਮ ਕਰੰਦੋ ਮਾ ਪਿਰੀ। ਲੱਭਣ ਹਾਰ ਦਾ ਮਤਲਬ ਲੱਭਣ ਯੋਗ, ਜਿਹਨੂੰ ਲੱਭਣਾ ਚਾਹੀਦਾ ਹੈ। ਕੋਈ ਐਸੀ ਚੀਜ਼ ਖਰੀਦਣ ਵਾਲੀ ਜਿਹੜੀ ਖਰੀਦਣੀ ਚਾਹੀਦੀ ਹੈ, ਕੋਈ ਐਸੀ ਚੀਜ਼ ਪ੍ਰਾਪਤ ਕਰਨ ਵਾਲੀ ਜਿਹੜੀ ਪ੍ਰਾਪਤ ਕਰਨੀ ਚਾਹੀਦੀ ਹੈ, ਜ਼ਰੂਰੀ ਹੈ। ਲੱਭਣ ਹਾਰ ਦਾ ਮਤਲਬ ਲੱਭਣ ਯੋਗ, ਪ੍ਰਭੂ ਜਿਹਨੂੰ ਲੱਭਣਾ ਚਾਹੀਦਾ ਹੈ। ਲੱਧਮ ਦਾ ਮਤਲਬ ਲੱਭ ਲਿਆ। ਕਰਮ ਕਰਨ ਦੋ, ਕਰਮ ਦਾ ਮਤਲਬ ਬਖਸ਼ਿਸ਼। ਮਾਪਰੀ ਦਾ ਮਤਲਬ ਮੇਰੇ ਪਿਆਰੇ ਨੇ। ਜਦੋਂ ਮੇਰੇ ਪਿਆਰੇ ਮਾਲਕ ਨੇ ਮੇਰੇ ਤੇ ਬਖਸ਼ਿਸ਼ ਕੀਤੀ ਤਾਂ ਮੈਂ ਲੱਭਣ ਯੋਗ ਪ੍ਰਭੂ ਨੂੰ ਲੱਭ ਲਿਆ। ਮੈਂ ਲੱਭਣ ਯੋਗ ਪ੍ਰਭੂ ਨੂੰ ਲੱਭ ਲਿਆ। ਤੇ ਲੱਭ ਕਿੱਥੋਂ ਲਿਆ? ਹੁਣ ਗਵਾਚਿਆ ਤੇ ਕਿਤੇ ਹੈ ਨਹੀਂ ਸੀ। ਹਉ ਟੁੰਡੇਂਦੀ ਸੱਜਣਾ, ਸੱਜਣ ਮੈਂਡੇ ਨਾਲ, ਜਨ ਨਾਨਕ ਅਲਖ ਨਾ ਲਖੀਐ, ਗੁਰਮੁਖ ਦੇ ਦਿਖਾਲ। ਇੱਕ ਕਹਾਵਤ ਹੈ ਨਾ ਪੰਜਾਬੀ ਦੀ, ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ।
ਕੋਈ ਬੀਬੀ ਲੋਕਾਂ ਨੂੰ ਕਹਿ ਰਹੀ ਸੀ ਮੇਰੀ ਛੋਟੀ ਜਿਹੀ ਕੁੜੀ ਗਵਾਚ ਗਈ, ਮੇਲੇ 'ਚ ਹੈ ਮੇਰੀ ਕੁੜੀ ਗਵਾਚ ਗਈ, ਮੇਰੀ ਕੁੜੀ ਕਿੱਧਰ ਗਈ, ਨਿੱਕੀ ਜਿਹੀ ਕੁੜੀ ਸੀ। ਉਹ ਸਾਰੇ ਲੋਕ ਲੱਭਦੇ ਫਿਰਨ, ਤੇ ਇੱਕ ਨੇ ਕਿਹਾ ਭੈਣਾ ਜਿਹੜੀ ਕੁੜੀ ਕੁਛੜ ਚੁੱਕੀ ਹੈ ਕਿਦੀ ਹੈ? ਉਹ ਲੈ ਆਏ ਹਾਏ, ਮੈਂ ਤੇ ਕੁਛੜ ਹੀ ਚੁੱਕੀ ਸੀ ਤੇ ਲੱਭਦੀ ਫਿਰਨੀ ਆ। ਯਾਨੀ ਕੁਛੜ ਚੁੱਕੀ ਹੋਈ ਕੁੜੀ ਨੂੰ ਲੱਭਦੀ ਫਿਰਦੀ ਹੈ। ਕਈ ਵਾਰ ਨਾ ਐਸਾ ਸਾਡੇ ਨਾਲ ਵੀ ਵਾਪਰ ਜਾਂਦਾ, ਚਸ਼ਮਾ ਅਸੀਂ ਲਾਇਆ ਹੁੰਦਾ ਤੇ ਅਸੀਂ ਆਪਣੀ ਐਨਕ ਲੱਭਦੇ ਫਿਰਨਾ, ਮੇਰੀ ਐਨਕ ਕਿੱਥੇ ਗਈ, ਹੋ ਜਾਂਦਾ ਨਾ ਕਈ ਵਾਰ। ਤੇ ਬਾਅਦ ਦੇ ਵਿੱਚ ਆਪ ਹੀ ਹੱਸੀ ਦਾ, ਉਸੇ ਆਪਾਂ ਐਨਕ ਤੇ ਲਾਈ ਸੀ। ਕਈ ਵਾਰੀ ਹੋ ਜਾਂਦਾ, ਮੇਰੇ ਆਪਣੇ ਨਾਲ ਹੋਇਆ, ਐਨਕ ਲਾਈ ਹੈ ਤੇ ਐਨਕ ਲੱਭ ਰਹੀ। ਰੱਬ ਅੰਦਰ ਹੈ, ਲੱਭ ਰਹੇ ਆ ਬਾਹਰ। ਤਾਂ ਲੱਧਮ ਲੱਭਣ ਹਾਰ, ਜਿਹੜਾ ਲੱਭਣ ਯੋਗ ਪ੍ਰਭੂ ਸੀ, ਅੰਦਰੋਂ ਹੀ ਲੱਭ ਪਿਆ ਜਦੋਂ ਰਹਿਮਤ ਹੋਈ, ਬਖਸ਼ਿਸ਼ ਹੋਈ, ਜਦੋਂ ਮੈਂ ਉਸ ਬਖਸ਼ਿਸ਼ ਨੂੰ ਯੂਜ਼ ਕੀਤਾ। ਗੁਰੂ ਜੀ ਦਾ ਪਾਵਨ ਬਚਨ ਹੈ, ਹੋਂ ਟੁੰਡੇਂਦੀ ਸੱਜਣਾ, ਮੈਂ ਸੱਜਣ ਪ੍ਰਭੂ ਨੂੰ ਲੱਭਦੀ ਫਿਰਦੀ ਸਾਂ, ਜੰਗਲਾਂ ਵਿੱਚ, ਬੇਲਿਆਂ ਵਿੱਚ, ਪਹਾੜਾਂ ਤੇ, ਭੋਰਿਆਂ ਤੇ, ਸਮਾਧੀਆਂ ਲਾ ਕੇ, ਤੀਰਥਾਂ ਤੇ। ਸੱਜਣ ਦੇ ਨਾਲ ਤੇ ਰੱਬ ਮੇਰੇ ਨਾਲ ਸੀ। ਜਨ ਨਾਨਕ ਅਲਖ, ਅਲਖ ਦਾ ਮਤਲਬ ਉਹ ਦਿਸਦਾ ਨਹੀਂ, ਗੁਰਮੁਖ ਦੇ ਦਿਖਾਲ। ਗੁਰਮੁਖ ਦਾ ਮਤਲਬ ਜਦੋਂ ਕੋਈ ਗੁਰੂ ਦੇ ਸਨਮੁਖ ਹੁੰਦਾ ਹੈ ਨਾ, ਤਾਂ ਫਿਰ ਗੁਰੂ ਸਾਨੂੰ ਵਿਖਾ ਦਿੰਦਾ ਹੈ। ਗੁਰੂ ਦੇ ਰਾਹੀਂ ਆਪਣਾ ਆਪਾ ਵਿਖਾ ਦਿੰਦਾ ਹੈ ਕਿ ਮੈਂ ਤੇ ਤੇਰੇ ਨਾਲ ਹੀ। ਗੁਰੂ ਦੇ ਗਿਆਨ ਰਾਹੀਂ ਦਿਸ ਪੈਂਦਾ ਹੈ। ਹੁਣ ਕਿਵੇਂ ਦਿਸ ਪੈਂਦਾ ਹੈ? ਸਾਨੂੰ ਵੀ ਨਾ ਹੁਣੇ ਹੀ ਦਿਸ ਸਕਦਾ ਹੈ, ਜੇ ਅਸੀਂ ਗੁਰੂ ਦੇ ਗਿਆਨ ਤੇ ਵਿਸ਼ਵਾਸ ਕਰਕੇ ਅਮਲ ਕਰਨਾ ਸ਼ੁਰੂ ਕਰ ਦਈਏ। ਹੁਣ ਗੁਰੂ ਜੀ ਕਹਿੰਦੇ ਨੇ ਨਾ, ਗੁਣ ਨਿਧਾਨ ਭਗਤਨ ਕੋ ਬਰਤਨ, ਕਿ ਗੁਣਾਂ ਦਾ ਖਜ਼ਾਨਾ ਪ੍ਰਭੂ ਤੇਰੇ ਅੰਦਰ ਹੈ। ਯਾਨੀ ਰੱਬ ਗੁਣ ਸਰੂਪ ਹੈ। ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਰੱਬੀ ਗੁਣਾਂ ਦੇ ਵਿੱਚ ਆਪਣੀ ਸੁਰਤ ਨੂੰ ਮਿਲਾ ਦੇਣਾ ਹੀ ਰੱਬ ਦੇ ਵਿੱਚ ਮਿਲ ਜਾਣਾ ਹੈ। ਤੇ ਜੇ ਅਸੀਂ ਇਸ ਚੀਜ਼ ਨੂੰ ਮੰਨ ਲਈਏ ਤੇ ਹੁਣੇ ਸਾਡੇ ਅੰਦਰ ਤੇ ਗੁਣ ਨੇ, ਉਹਨਾਂ ਗੁਣਾਂ ਨੂੰ ਪ੍ਰਗਟ ਕਰ ਲਓ, ਰੱਬ ਪ੍ਰਗਟ ਹੋ ਜਾਏਗਾ। ਗੁਣਾਂ ਵਿੱਚ ਆਪਣੀ ਸੁਰਤ ਨੂੰ ਮਿਲਾ ਦਿਓ, ਤੁਸੀਂ ਰੱਬ ਵਿੱਚ ਮਿਲ ਗਏ, ਪਹਿਲੀ ਗੱਲ। ਦੂਜੀ ਗੱਲ, ਗੁਰੂ ਜੀ ਕਹਿੰਦੇ ਨੇ, ਜੋ ਦਿਸੈ ਸੋ ਤੇਰਾ ਰੂਪ, ਕਿ ਜੋ ਆ ਸਾਰਾ ਸੰਸਾਰ ਵਿਸ਼ਵ ਦਿਸ ਰਿਹਾ ਹੈ, ਰੱਬਾ ਇਹ ਤੇਰਾ ਹੀ ਰੂਪ ਹੈ। ਤੇ ਜੇ ਅਸੀਂ ਗੁਰੂ ਦੀ ਇਸ ਗੱਲ ਨੂੰ ਮੰਨ ਲਈਏ ਤੇ ਇਸ ਚੀਜ਼ ਨੂੰ ਅਮਲ ਵਿੱਚ ਲੈ ਆਈਏ, ਵਿਸ਼ਵਾਸ, ਤਾਂ ਫਿਰ ਰੱਬ ਤੇ ਸਾਰ ਸਵੇਰੇ ਦਿਸ ਰਿਹਾ ਹੈ। ਜੋ ਦਿਸੈ ਸੋ ਤੇਰਾ ਰੂਪ, ਜੇ ਇਸ ਚੀਜ਼ ਨੂੰ ਮੰਨ ਲਈਏ ਅਸੀਂ ਸਾਰੇ, ਤੇ ਫਿਰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਤੇ ਵਿਹਾਰ ਕਰਨਾ ਸ਼ੁਰੂ ਕਰ ਦੇਵੇ ਤੇ ਕੰਮ ਤੇ ਬੜਾ ਸੌਖਾ ਹੈ। ਪਰ ਅਸੀਂ ਮੰਨ ਨਹੀਂ ਨਾ ਰਹੇ, ਗੁਰੂ ਦੇ ਬਚਨ ਨਹੀਂ ਮੰਨ ਰਹੇ। ਤਾਂ ਗੁਰੂ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਨੇ, ਇੱਕੋ ਸਿਰਜਣਹਾਰ ਨਾਨਕ ਬੀਆ ਨਾ ਪਸੀਏ। ਪਸੀਏ ਦਾ ਮਤਲਬ ਵੇਖੀ ਦਾ, ਬੀਆ ਦਾ ਮਤਲਬ ਕੋਈ ਹੋਰ। ਗੁਰੂ ਜੀ ਕਹਿੰਦੇ ਨੇ, ਜਦੋਂ ਅਸੀਂ ਵੇਖਿਆ ਗੁਰੂ ਦੇ ਦੱਸੇ ਰਾਹ ਦੇ ਉੱਤੇ, ਸਮਝ ਆਈ, ਤਾਂ ਫਿਰ ਇਹ ਪਤਾ ਲੱਗ ਗਿਆ ਕਿ ਇੱਕੋ ਸਿਰਜਣਹਾਰ, ਕਿ ਹੈ ਨਾਨਕ ਇੱਕ ਕਰਤਾਰ ਸਿਰਜਣਹਾਰ ਹੀ ਸਭ ਥਾਵਾਂ ਤੇ ਰਮਿਆ ਹੋਇਆ ਹੈ, ਇੱਕੋ ਹੀ ਚਾਰ ਚੁਫੇਰੇ ਫੈਲਿਆ ਹੋਇਆ ਹੈ। ਨਾਨਕ ਬੀਆ ਨਾ ਪਸੀਏ, ਉਸ ਇੱਕ ਤੋਂ ਬਿਨਾ ਕੋਈ ਹੋਰ ਨਹੀਂ ਦਿਸਦਾ, ਕੋਈ ਹੋਰ ਹੈ ਹੀ ਨਹੀਂ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਪਰ ਇਹ ਗੱਲ ਉਹਨਾਂ ਦੀ ਹੈ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਤੇ ਅਮਲ ਕਰ ਲਿਆ ਹੈ। ਸਾਡੇ ਵਾਸਤੇ ਗੱਲ ਠੀਕ ਹੈ ਬਿਲਕੁਲ, ਪਰ ਜੇ ਅਸੀਂ ਇਹ ਗੱਲ ਕਹਾਂਗੇ ਨਾ, ਜਿਵੇਂ ਹੁਣ ਮੈਂ ਕਹਿ ਰਿਹਾ, ਤੇ ਜੇ ਮੈਂ ਅਮਲ ਨਹੀਂ ਕਰ ਰਿਹਾ ਨਾ ਇਹਨਾਂ ਚੀਜ਼ਾਂ ਤੇ, ਤਾਂ ਫਿਰ ਮੇਰਾ ਇਹ ਕੜਛੀਆਂ ਵਾਲਾ ਹਾਲ ਹੋ ਜਾਣਾ ਹੈ, ਮੇਰਾ ਚੁੰਚ ਗਿਆਨ ਹੋ ਜਾਣਾ ਹੈ। ਸਿਰਫ ਇੱਕ ਮੇਰੇ ਕੋਲ ਇਨਫੋਰਮੇਸ਼ਨ ਰਹਿ ਜਾਏਗੀ, ਮੈਂ ਇਨਫੋਰਮੇਸ਼ਨ ਇਕੱਠੀ ਕਰੀ ਫਿਰ ਰਿਹਾ, ਇਨਫੋਰਮੇਸ਼ਨ ਦੇ ਰਿਹਾ ਹਾਂ, ਲੇਕਿਨ ਪ੍ਰੈਕਟੀਕਲ ਮੈਂ ਕਰ ਨਹੀਂ ਰਿਹਾ। ਇਸ ਕਰਕੇ ਮੈਨੂੰ ਚਾਰ ਚੁਫੇਰੇ ਇੱਕ ਦਿਸ ਨਹੀਂ ਰਿਹਾ। ਇਸ ਲਈ ਮੇਰਾ ਵਿਹਾਰ ਤੁਹਾਡੇ ਨਾਲ ਤੇ ਹੋਰ ਲੋਕਾਂ ਦੇ ਨਾਲ ਰੱਬ ਵਰਗਾ ਨਹੀਂ ਹੈ। ਇਸ ਕਰਕੇ ਮੇਰਾ ਪਿਆਰ ਦੂਜਿਆਂ ਦੇ ਨਾਲ ਰੱਬ ਵਰਗਾ ਨਹੀਂ ਹੈ, ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਨਹੀਂ ਕਰ ਰਿਹਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਲੱਭਣਹਾਰ ਪ੍ਰਭੂ ਨੂੰ ਮੈਂ ਲੱਭ ਲਿਆ ਹੈ। ਹੁਣ ਜਿੱਧਰ ਮੈਂ ਵੇਖਣਾ, ਇੱਕੋ ਸਿਰਜਣਹਾਰ ਹੀ ਦਿਸ ਰਿਹਾ ਹੈ, ਦੂਜਾ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਹੈ। ਨਾਨਕ ਬੀਆ ਨਾ ਪਸੀਏ। ਮਹਿਲਾ ਪੰਜਵਾਂ। ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੈ। ਨੰਨੇ ਨੂੰ ਥੋੜਾ ਭਾਰਾ ਕਰਕੇ ਬੋਲਣਾ ਹੈ, ਸੰਨ ਕੈ। ਸੰਨ ਕੈ ਦਾ ਮਤਲਬ ਤਾਣ ਕੇ,
ਪਾਪੜਿਆਂ ਦਾ ਮਤਲਬ ਚੰਦਰੇ ਪਾਪ, ਪਛਾੜ ਦਾ ਮਤਲਬ ਪਛਾੜ ਕੇ ਦੂਰ ਕਰ, ਸਚਾਵਾ ਦਾ ਮਤਲਬ ਸੱਚਾ, ਸੰਨ ਕਹਿ ਦਾ ਮਤਲਬ ਤਾਣ ਕੇ ਖਿੱਚ ਕੇ, ਬਾਣ ਦਾ ਮਤਲਬ ਤੀਰ। ਜਿਵੇਂ ਹੁਣ ਕਮਾਨ ਦੇ ਉੱਤੇ ਤੀਰ ਧਰ ਕੇ ਖਿੱਚੀਦਾ ਨਾ, ਤੇ ਫਿਰ ਪੂਰੇ ਜ਼ੋਰ ਦੇ ਨਾਲ ਖਿੱਚ ਕੇ ਜਦੋਂ ਬੰਦਾ ਤੀਰ ਛੱਡਦਾ ਹੈ ਤੇ ਜਿਹਨੂੰ ਜਾ ਕੇ ਤੀਰ ਵੱਜਦਾ ਉਹ ਢਹਿ ਢੇਰੀ ਹੁੰਦਾ ਹੈ। ਬੰਦੂਕ ਚਲਾਉਣ ਲੱਗਿਆ ਗੋਲੀ ਦਾ ਨਿਸ਼ਾਨਾ ਬੰਨ ਕੇ ਐਨ ਸਹੀ ਬੰਦੂਕ ਤੱਕ ਜਦੋਂ ਗੋਲੀ ਚਲਾਈ ਦੀ, ਜਿਹਨੂੰ ਗੋਲੀ ਜਾ ਕੇ ਵੱਜੇਗੀ ਉਹ ਮਰੇਗਾ। ਤਾਂ ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਤੇਰੇ ਪਾਪ ਨੇ ਨਾ, ਇਹਨਾਂ ਨੂੰ ਜੇ ਤੂੰ ਮਾਰਨਾ ਚਾਹੁੰਦਾ ਹੈ, ਪਾਪੜਿਆਂ ਪਛਾੜ, ਚੰਦਰੇ ਪਾਪਾਂ ਨੂੰ ਪਛਾੜ, ਇਹਨਾਂ ਨੂੰ ਮਾਰ, ਨਸਾ ਇਹਨਾਂ ਨੂੰ। ਕਿਵੇਂ? ਬਾਣ ਸਚਾਵਾ ਸੰਨ ਕਹਿ, ਸੱਚ ਦਾ ਤੀਰ ਖਿੱਚ ਕੇ, ਸੱਚ ਦਾ ਤੀਰ ਖਿੱਚ, ਸੱਚ ਦਾ ਤੀਰ ਚਲਾ, ਤੇ ਸੱਚ ਦਾ ਤੀਰ ਚਲਾਉਣ ਦੇ ਨਾਲ ਤੇਰੇ ਸਾਰੇ ਪਾਪ ਮਰ ਜਾਣਗੇ, ਖਤਮ ਹੋ ਜਾਣਗੇ। ਹੁਣ ਸੱਚ ਦਾ ਤੀਰ ਕੀ ਹੈ, ਪਾਪ ਕਿਵੇਂ ਖਤਮ ਹੋ ਜਾਣਗੇ, ਇਹ ਚੀਜ਼ ਸਮਝਣ ਵਾਲੀ ਹੈ। ਜੇ ਅਸੀਂ ਸੱਚ ਬੋਲਣ ਲੱਗ ਜਾਈਏ, ਮੈਂ, ਤੁਸੀਂ ਜਾਂ ਕੋਈ ਵੀ ਥਰਡ ਪਰਸਨ ਸੱਚ ਬੋਲਣ ਲੱਗ ਜਾਏ, ਮਨ ਦੇ ਅੰਦਰ ਵੀ ਸੱਚ, ਮੈਂਟੈਲਿਟੀ ਵੀ ਸੱਚੀ ਹੋਵੇ, ਬੋਲ ਵੀ ਸੱਚੇ ਹੋਣ, ਬਿਹੇਵੀਅਰ ਵੀ ਸੱਚਾ ਹੋ ਜਾਏ, ਤਾਂ ਕੀ ਬੰਦਾ ਉਹ ਪਾਪ ਕਰ ਸਕੇਗਾ ਜਿਹਦੇ ਅੰਦਰ ਸੱਚ ਵਸ ਗਿਆ? ਸਿਰ ਹਿਲਾ ਕੇ ਦੱਸੋ, ਕਰ ਲੇਗਾ ਕਿ ਨਹੀਂ? ਜਿਹਦੇ ਅੰਦਰ ਸੱਚ ਵਸ ਗਿਆ, ਕੀ ਉਹ ਪਾਪ ਕਰ ਲੇਗਾ? ਕਿਉਂਕਿ ਪਾਪ ਕਰਨ ਵਾਸਤੇ ਤੇ ਝੂਠ ਚਾਹੀਦਾ। ਜੇ ਮੈਂ ਤੁਹਾਡਾ ਹੱਕ ਖਾਣਾ ਹੈ ਤਾਂ ਸੱਚਾ ਬੰਦਾ ਹੱਕ ਥੋੜੀ ਖਾਏਗਾ। ਸੱਚਾਈ ਦਾ ਜਿਹਨੂੰ ਪਤਾ ਹੈ ਕਿ ਇਹ ਹੱਕ ਮੇਰਾ ਨਹੀਂ, ਉਹ ਤੇ ਖਾਏਗਾ ਹੀ ਨਹੀਂ। ਜਿਹੜਾ ਸੱਚਾ ਬੰਦਾ ਹੈ ਉਹਨੂੰ ਜੇ ਕੋਈ ਰਿਸ਼ਵਤ ਦੇਗਾ ਤਾਂ ਉਹ ਰਿਸ਼ਵਤ ਲੈ ਕੇ ਹੀ ਨਹੀਂ। ਉਹਨੂੰ ਪਤਾ ਹੈ ਕਿ ਕਾਨੂੰਨੀ ਅਪਰਾਧ ਹੈ, ਮੈਂ ਆਪਣੀ ਤਨਖਾਹ ਲੈਣੀ ਹੈ, ਰਿਸ਼ਵਤ ਲੈ ਕੇ ਮੈਂ ਗਲਤ ਕੰਮ ਨਹੀਂ ਕਰਨਾ। ਕੰਮ ਤਾਂ ਠੀਕ ਹੈ, ਉਹ ਤਾਂ ਰਿਸ਼ਵਤ ਲੈ ਹੀ ਨਹੀਂ ਪਾਏਗਾ। ਕਿ ਸੱਚਾ ਬੰਦਾ ਜਨਮ ਤੋਂ ਪਹਿਲਾਂ ਆਪਣੀ ਧੀ ਨੂੰ ਪੇਟ 'ਚ ਮਾਰ ਸਕਦਾ? ਬਿਲਕੁਲ ਵੀ ਨਹੀਂ। ਸੱਚਾ ਬੰਦਾ ਈਰਖਾ ਕਰੇਗਾ, ਰਿਸ਼ਵਤ ਲਏਗਾ, 2 ਨੰਬਰ ਦੇ ਧੰਦੇ ਕਰੇਗਾ, ਈਰਖਾ ਕਰੇਗਾ, ਵੈਰ ਵਿਰੋਧ ਕਰੇਗਾ, ਕਰੇਗਾ ਹੀ ਨਹੀਂ। ਇਸ ਲਈ ਸੱਚ ਬੋਲਣਾ ਸ਼ੁਰੂ ਕਰ, ਤੇਰੇ ਸਾਰੇ ਪਾਪ ਖਤਮ ਹੋ ਜਾਣ। ਤਾਂ ਹੀ ਪਾਵਨ ਬਾਣੀ ਵਿੱਚ ਸਾਨੂੰ ਥਾਂ ਥਾਂ ਤੇ ਕਿਹਾ ਗਿਆ ਹੈ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪਲੇ ਹੋਏ। ਜੇ ਪਰਿਵਾਰਾਂ ਦੇ ਵਿੱਚ ਸਾਰੇ ਜੀ ਸੱਚ ਬੋਲਣਾ ਸ਼ੁਰੂ ਕਰ ਦੇਣ, ਸੱਚ ਨੂੰ ਬੇਸ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਨਾ ਸ਼ੁਰੂ ਕਰ ਦੇਣ, ਤਾਂ ਘਰ ਦੇ ਅੰਦਰ ਕਲ ਕਲੇਸ਼ ਰਹਿ ਗਈ ਨਹੀਂ, ਸਮਾਜ ਦੇ ਅੰਦਰ ਕਲ ਕਲੇਸ਼ ਰਹਿ ਗਈ ਨਹੀਂ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਆ, ਸੱਚ ਦਾ ਤੀਰ ਚਲਾ, ਸੱਚ ਦਾ ਤੀਰ ਖਿੱਚ, ਔਰ ਚੰਦਰੇ ਪਾਪਾਂ ਨੂੰ ਪਛਾੜ ਦੇ, ਇਹਨਾਂ ਨੂੰ ਦੂਰ ਕਰ ਦੇ। ਤੇ ਉਹਦੇ ਵਾਸਤੇ ਕੀ ਕਰ? ਸੱਚ। ਕਿੱਥੋਂ ਮਿਲੇਗਾ ਇਹ ਸੱਚ? ਕਿੱਥੋਂ ਮਿਲੇਗੀ ਐਸੀ ਜ਼ਿੰਦਗੀ? ਗੁਰ ਮੰਤਰੜਾ ਚਿਤਾਰ, ਨਾਨਕ ਦੁੱਖ ਨਾ ਥੀਵਈ। ਮੰਤਰ ਦਾ ਮਤਲਬ ਹੁੰਦਾ ਹੈ ਉਪਦੇਸ਼, ਤੇ ਮੰਤਰੜਾ ਦਾ ਮਤਲਬ ਸੋਹਣਾ ਉਪਦੇਸ਼। ਜਦੋਂ ਗੁਰੂ ਜੀ ਕਿਸੇ ਚੀਜ਼ ਦੇ ਨਾਲ ਰਾੜਾ ਲਾਉਂਦੇ ਨੇ ਨਾ, ਤਾਂ ਉਹਦਾ ਅਰਥ ਬਣ ਜਾਂਦਾ ਹੈ ਬਹੁਤ ਪਿਆਰਾ। ਜਿਵੇਂ ਸਿੱਖ ਤੇ ਸਿੱਖੜਾ, ਸਿੱਖੜਾ ਦਾ ਮਤਲਬ ਪਿਆਰਾ ਸਿੱਖ, ਗੁਰਸਿੱਖੜਾ ਪਿਆਰਾ ਗੁਰਸਿੱਖ, ਮੰਤਰੜਾ ਪਿਆਰਾ, ਸੋਹਣਾ, ਸੋਹਣਾ ਮੰਤਰ, ਸੋਹਣਾ ਉਪਦੇਸ਼। ਗੁਰ ਮੰਤਰੜਾ ਚਿਤਾਰ, ਗੁਰੂ ਦੇ ਸੋਹਣੇ ਉਪਦੇਸ਼ ਨੂੰ ਯਾਦ ਰੱਖ। ਉਪਦੇਸ਼ ਦਾ ਮਤਲਬ ਵਿਚਾਰਧਾਰਾ, ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਗੁਰੂ ਦੀ ਫਿਲਾਸਫੀ, ਗੁਰੂ ਦਾ ਉਪਦੇਸ਼ ਨੂੰ ਯਾਦ ਰੱਖ ਹਰ ਵੇਲੇ ਕਿ ਗੁਰੂ ਤੈਨੂੰ ਕੀ ਕਹਿੰਦਾ ਹੈ, ਕਿ ਤੂੰ ਕੀ ਬੋਲ, ਕੀ ਵੇਖ, ਕੀ ਸੁਣ, ਕਿੱਧਰ ਜਾ, ਕੀ ਸੋਚ, ਕੀ ਪਹਿਨ, ਕਿਵੇਂ ਕਿਰਤ ਕਰ, ਇਹ ਹਰ ਚੀਜ਼ ਨੂੰ ਯਾਦ ਰੱਖ, ਆਪਣੇ ਚਿੱਤ ਦੇ ਅੰਦਰ ਵਸਾ। ਗੁਰ ਮੰਤਰੜਾ ਚਿਤਾਰ, ਚਿੱਤ ਦੇ ਅੰਦਰ ਵਸਾ, ਯਾਦ ਰੱਖ। ਉਹਦਾ ਰਿਜ਼ਲਟ ਕੀ ਨਿਕਲੇਗਾ? ਨਾਨਕ ਦੁੱਖ ਨਾ ਥੀਵਈ। ਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਫਿਰ ਤੈਨੂੰ ਕਦੇ ਦੁੱਖ ਨਹੀਂ ਹੋਏਗਾ, ਕਦੇ ਦੁੱਖ ਨਹੀਂ ਵਿਆਪੇਗਾ। ਦੇਖੋ ਕਿੰਨੀ ਸੁੰਦਰ ਸੋਹਣੀ ਗੱਲ ਹੈ ਕਿ ਜਿਹੜਾ ਵੀ ਇਨਸਾਨ ਸ਼ੁਭ ਗੁਣਾਂ ਦੇ ਨਾਲ ਜੁੜਿਆ ਰਹੇਗਾ ਉਹਨੂੰ ਦੁੱਖ ਵਿਆਪੇਗਾ ਹੀ ਨਹੀਂ।
ਜਿਹਦੇ ਅੰਦਰ ਪਿਆਰ ਹੈ, ਜਿਹਦੇ ਅੰਦਰ ਨਿਮਰਤਾ ਹੈ, ਜਿਹਦੇ ਅੰਦਰ ਸੱਚ ਹੈ, ਜਿਹਦੇ ਅੰਦਰ ਦਇਆ ਹੈ, ਉਹ ਬੰਦਾ ਦੁਖੀ ਹੋਏਗਾ ਹੀ ਨਹੀਂ, ਉਹਦੇ ਤੇ ਦੁੱਖ ਪ੍ਰਭਾਵ ਹੀ ਨਹੀਂ ਪਾਣਗੇ। ਪੌੜੀ। ਵਾਹ ਵਾਹ ਸਿਰਜਣਹਾਰ, ਪਾਈਆਂ ਠਾਂਡ ਆਪ। ਇਹਨੂੰ ਠਾੜ ਨਹੀਂ ਪੜਨਾ। ਠਾੜ ਦਾ ਮਤਲਬ ਹੋ ਜਾਏਗਾ ਖਲੋਣਾ, ਇਹਨੂੰ ਪੜਨਾ ਹੈ ਠਾਂਡ। ਠਾਂਡ ਦਾ ਮਤਲਬ ਠੰਡ। ਵਾਹ ਵਾਹ ਦਾ ਮਤਲਬ ਸ਼ਾਬਾਸ਼। ਜਦੋਂ ਅਸੀਂ ਕੋਈ ਹੈਰਾਨ ਕਰ ਦੇਣ ਵਾਲੀ ਚੀਜ਼ ਦੇਖਦੇ ਹਾਂ ਨਾ, ਉਦੋਂ ਸਾਡੀ ਜ਼ਬਾਨ ਚੋਂ ਨਿਕਲਦਾ ਹੈ ਵਾਹ। ਵਾਹ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਉਸ ਚੀਜ਼ ਦੀ ਸਿਫਤ ਕਰਨੀ ਚਾਹੁੰਦੇ ਹਾਂ, ਪਰ ਸਾਡੇ ਕੋਲ ਵਰਡਿੰਗ ਨਹੀਂ ਹੁੰਦੀ, ਸ਼ਬਦਾਵਲੀ ਨਹੀਂ ਹੁੰਦੀ। ਕੋਈ ਇਹੋ ਜਿਹੀ ਸ਼ਬਦਾਵਲੀ ਨਹੀਂ ਜਿਹੜੀ ਸ਼ਬਦਾਵਲੀ ਦੇ ਨਾਲ ਸਿਫਤ ਕੀਤੀ ਜਾਏ, ਫਿਰ ਉਦੋਂ ਜ਼ਬਾਨ ਚੋਂ ਨਿਕਲਦਾ ਹੈ ਵਾਹ। ਵਾਹ ਦਾ ਮਤਲਬ ਸਿਫਤ ਸਲਾਹ, ਸ਼ਾਬਾਸ਼। ਵਾਹ ਵਾਹ ਸਿਰਜਣਹਾਰ, ਕਿ हे ਪ੍ਰਭੂ ਧੰਨ ਹੈ ਤੂੰ। ਧੰਨ ਹੈ ਉਸ ਕਰਤਾਰ ਨੂੰ ਧੰਨ ਆਖ, ਧੰਨ ਹੈ ਤੂੰ, ਧੰਨ ਹੈ ਤੂੰ। ਪਾਈਆਂ ਠਾਂਡ ਆਪ, ਉਸ ਕਰਤਾਰ ਨੂੰ ਧੰਨ ਧੰਨ ਕਹੋ, ਉਹਦਾ ਸ਼ੁਕਰਾਨਾ ਕਰ ਜਿਸ ਨੇ ਤੇਰੇ ਅੰਦਰ ਠੰਡ ਪਾ ਦਿੱਤੀ ਹੈ, ਸ਼ਾਂਤੀ ਵਰਤਾ ਦਿੱਤੀ ਹੈ। ਯਾਨੀ ਜਦੋਂ ਅਸੀਂ ਪ੍ਰਭੂ ਦੀ ਸਿਫਤ ਸਲਾਹ ਕਰਾਂਗੇ ਨਾ, ਤਾਂ ਸਾਡੇ ਅੰਦਰ ਠੰਡਕ ਵਰਤ ਜਾਏਗੀ। ਸਿਫਤ ਸਲਾਹ ਦਾ ਮਤਲਬ ਜਦੋਂ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋਵਾਂਗੇ, ਸੱਚਾਈ ਹੈ, ਸੰਤੋਖ, ਦਇਆ, ਧਰਮ ਹੈ, ਜਿਸ ਦੀ ਮੈਂਟੈਲਿਟੀ ਦੇ ਅੰਦਰ ਇਹ ਗੁਣ ਵਸ ਜਾਣਗੇ, ਉਹਦੇ ਅੰਦਰ ਸ਼ਾਂਤੀ ਆ ਜਾਏਗੀ, ਉਹਦੇ ਅੰਦਰ ਠੰਡਕ ਵਰਤ ਜਾਏਗੀ। ਉਹਨੂੰ ਫਿਰ ਇਹ ਨਹੀਂ ਪੁੱਛਣਾ ਪਵੇਗਾ ਕਿ ਮੈਂ ਗੁੱਸੇ ਤੇ ਕੰਟਰੋਲ ਕਿਵੇਂ ਕਰਾਂ, ਆਟੋਮੈਟਿਕਲੀ ਹੋ ਜਾਏਗਾ। ਗੁੱਸਾ ਅੰਦਰ ਐਵੇਂ ਰਹਿਣਾ ਹੀ ਨਹੀਂ, ਈਰਖਾ ਰਹਿਣੀ ਹੀ ਨਹੀਂ, ਅੰਦਰ ਠੰਡ ਵਰਤ ਜਾਏਗੀ, ਅੰਦਰ ਸ਼ਾਂਤੀ ਆ ਜਾਏਗੀ। ਜੀ ਜੰਤ ਮਿਹਰਬਾਨ, ਤਿਸ ਨੂੰ ਸਦਾ ਜਾਪ। ਜਾਪ ਦਾ ਮਤਲਬ ਜਾਣ, ਉਹਦੇ ਨਾਲ ਸਾਂਝ ਪਾ, ਉਹਦੇ ਗੁਣਾਂ ਦਾ ਧਾਰਨੀ ਹੋ। ਜੀ ਜੰਤ ਮਿਹਰਬਾਨ, ਜੋ ਸਭ ਜੀਵ ਜਨਤਾ ਤੇ ਰਹਿਮਤ ਕਰਨ ਵਾਲਾ ਹੈ, ਜੋ ਸਭ ਜੀਵ ਜਨਤਾ ਨੂੰ ਰਿਜ਼ਕ ਦੇ ਰਿਹਾ ਹੈ, ਜੀਵਨ ਦੇ ਰਿਹਾ ਹੈ, ਜਿਹਦੇ ਹੁਕਮ ਦੇ ਅੰਦਰ ਸਾਰਾ ਸੰਸਾਰ ਚੱਲ ਰਿਹਾ ਹੈ, ਉਹਨੂੰ ਜਾਪ। ਉਹਨੂੰ ਜਾਪ ਦਾ ਮਤਲਬ ਜਾਣ, ਉਹਨੂੰ ਸਮਝ, ਉਹਦੀ ਸਿਫਤ ਸਲਾਹ ਕਰ, ਉਹਦੀ ਰਜ਼ਾ ਦੇ ਵਿੱਚ ਤੁਰ। ਜਾਪ ਦਾ ਮਤਲਬ ਜਾਣਨਾ, ਸਮਝਣਾ, ਸਾਂਝ ਪਾਣੀ, ਉਹਦੇ ਗੁਣਾਂ ਦੇ ਨਾਲ ਸਾਂਝ ਪਾ, ਉਹਦੀ ਰਜ਼ਾ ਦੇ ਵਿੱਚ ਤੁਰ, ਜੋ ਸਾਰੇ ਜੀਵ ਜਨਤਾ ਤੇ ਮਿਹਰਬਾਨ ਹੈ। ਦਇਆ ਧਾਰੀ ਸਮਰੱਥ, ਚੁੱਕੇ ਬਿਲ ਬਿਲਾਪ। ਬਿਲ ਬਿਲਾਪ ਦਾ ਮਤਲਬ ਹੁੰਦਾ ਹੈ ਵਿਰਲਾਪ, ਰੋਣੇ ਕੀਰਨੇ, ਤਰਲੇ, ਰੋਣੇ ਕੀਰਨੇ। ਤਾਂ ਗੁਰੂ ਜੀ ਕਹਿੰਦੇ ਨੇ ਸਮਰੱਥ ਪ੍ਰਭੂ ਨੇ ਜਿਸ ਦੇ ਉੱਤੇ ਮਿਹਰ ਕੀਤੀ, ਉਹਦੇ ਸਾਰੇ ਕੀਰਨੇ ਮੁੱਕ ਗਏ, ਰੋਣੇ ਮੁੱਕ ਗਏ, ਉਹਦੀਆਂ ਚਿੰਤਾਵਾਂ ਮੁੱਕ ਗਈਆਂ, ਉਹਦੇ ਵਿਰਲਾਪ ਮੁੱਕ ਗਏ। ਫਿਰ ਉਹ ਹਮੇਸ਼ਾ ਦੁੱਖਾਂ ਦੇ ਰੋਣੇ ਨਹੀਂ ਰੋਂਦਾ। ਜੋ ਰੱਬ ਦੀ ਰਹਿਮਤ ਦਾ ਪਾਤਰ ਬਣ ਗਿਆ, ਉਹ ਹਮੇਸ਼ਾ ਸ਼ੁਕਰਾਨੇ ਦੇ ਅੰਦਰ ਜ਼ਿੰਦਗੀ ਜੀਵੇਗਾ। ਉਹ ਸ਼ੁਭ ਗੁਣਾਂ ਦਾ ਧਾਰਨੀ ਹੋ ਕੇ ਜੀਵਨ ਜੀਵੇਗਾ, ਚੜ੍ਹਦੀ ਕਲਾ ਵਿੱਚ ਰਹੇਗਾ। ਤੇ ਜੋ ਇਨਸਾਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੈ, ਜੋ ਹਮੇਸ਼ਾ ਸ਼ੁਭ ਗੁਣਾਂ ਦੇ ਨਾਲ ਜੁੜਿਆ ਹੋਇਆ ਹੈ, ਉਹਦੀ ਜ਼ਿੰਦਗੀ ਦੇ ਅੰਦਰ ਦੁੱਖਾਂ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਹਮੇਸ਼ਾ ਸੁਖੀ ਔਰ ਸ਼ਾਂਤ ਰਹੇਗਾ। ਨੱਠੇ ਤਾਪ ਦੁੱਖ ਰੋਗ, ਪੂਰੇ ਗੁਰ ਪ੍ਰਤਾਪ। ਇਹਨੂੰ ਪ੍ਰਤਾਪ ਨਹੀਂ ਪੜਨਾ, ਪ੍ਰਤਾਪ, ਪੱਪੇ ਦੇ ਪੈਰ ਥੱਲੇ ਅੱਧਾ ਰਾਰਾ, ਪ੍ਰਤਾਪ। ਨੱਠੇ ਤਾਪ ਦੁੱਖ ਰੋਗ, ਪੂਰੇ ਗੁਰ ਪ੍ਰਤਾਪ। ਗੁਰੂ ਦੇ ਬਲ ਨਾਲ, ਗੁਰੂ ਦੇ ਪ੍ਰਤਾਪ ਨਾਲ ਸਾਰੇ ਦੁੱਖ ਔਰ ਰੋਗ ਕਲੇਸ਼ ਨਸ ਗਏ, ਗੁਰੂ ਦੇ ਪ੍ਰਤਾਪ ਕਰਕੇ। ਪਾਵਨ ਬਾਣੀ ਵਿੱਚ ਬਚਨ ਆਇਆ ਹੈ ਨਾ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਜਮਦੂਤ ਦਾ ਮਤਲਬ ਜੋ ਕਾਮ ਕ੍ਰੋਧ ਆਦਿਕ ਆਤਮਕ ਮੌਤ ਲਿਆਉਣ ਵਾਲੇ ਵਿਕਾਰ ਨੇ, ਉਹ ਤੇਰੇ ਪ੍ਰਤਾਪ ਨੂੰ ਵੇਖ ਕੇ ਨਸ ਜਾਂਦੇ। ਹੁਣ ਉਹ ਪ੍ਰਤਾਪ ਮੇਰੇ ਅੰਦਰ ਦਿਸਣਾ ਹੈ, ਕਾਮ ਕ੍ਰੋਧ ਨੂੰ, ਤੇ ਦਿਸਣਾ ਹੈ ਮੇਰੀ ਸੋਚ ਵਿੱਚੋਂ। ਜੇ ਮੇਰੀ ਸੋਚ ਵਿੱਚ, ਮੇਰੇ ਬੋਲਾਂ ਵਿੱਚ, ਮੇਰੇ ਬਿਹੇਵੀਅਰ ਦੇ ਅੰਦਰ ਰੱਬ ਦੇ ਗੁਣ ਨੇ, ਸੱਚਾਈ ਹੈ, ਨਿਰਭੈਤਾ ਹੈ, ਦਇਆ ਪਿਆਰ ਹੈ,
ਤਾਂ ਕੀ ਮੇਰੇ ਨਜ਼ਦੀਕ ਕੋਈ ਵਿਕਾਰ ਆਏਗਾ? ਵਿਕਾਰ ਤੇ ਮੇਰੇ ਤੋਂ ਦੂਰ ਨਸ ਜਾਣਗੇ। ਜਿੱਥੇ ਤੁਸੀਂ ਬਲਬ ਜਗਾ ਦਿਓਗੇ ਉੱਥੋਂ ਹਨੇਰਾ ਤੇ ਦੂਰ ਨਸ ਜਾਏਗਾ, ਹਨੇਰਾ ਤੇ ਉੱਥੇ ਆ ਹੀ ਨਹੀਂ ਸਕਦਾ। ਜਿੱਥੇ ਮੇਰੇ ਅੰਦਰ ਸੱਚ ਆ ਜਾਏਗਾ, ਝੂਠ ਉੱਥੋਂ ਨਸ ਜਾਏਗਾ। ਜੇ ਮੇਰੇ ਅੰਦਰ ਦਇਆ ਹੈ ਤੇ ਕੁਦਇਆ ਕਠੋਰਤਾ ਨਸ ਜਾਏਗੀ। ਜੇ ਮੇਰੇ ਅੰਦਰ ਪ੍ਰੇਮ ਆ ਗਿਆ ਤਾਂ ਉੱਥੋਂ ਈਰਖਾ ਨਸ ਜਾਏਗੀ। ਜੇ ਨਿਮਰਤਾ ਆ ਗਈ, ਹੰਕਾਰ ਨਸ ਜਾਏਗਾ। ਇਹਨੂੰ ਕਹਿੰਦੇ ਨੇ ਪ੍ਰਤਾਪ ਵੇਖ ਕੇ ਨਸ ਜਾਣਾ। ਤਾਂ ਗੁਰੂ ਦੇ ਪ੍ਰਤਾਪ ਨੂੰ ਵੇਖ ਕੇ ਜੋ ਦੁੱਖ ਰੋਗ ਨੇ ਉਹ ਨਸ ਜਾਂਦੇ ਨੇ। ਗੁਰੂ ਦਾ ਪ੍ਰਤਾਪ ਦਾ ਮਤਲਬ ਗੁਰੂ ਦਾ ਦਿੱਤਾ ਵੇ ਆਫ ਲਾਈਫ। ਜੋ ਗੁਰੂ ਦੇ ਦਿੱਤੇ ਵੇ ਆਫ ਲਾਈਫ ਮੁਤਾਬਕ ਜ਼ਿੰਦਗੀ ਜੀਂਦੇ ਹਨ, ਉਹਨਾਂ ਦੇ ਦੁੱਖ ਰੋਗ ਤਾਪ ਸੰਤਾਪ ਚਿੰਤਾਵਾਂ ਮੁੱਕ ਜਾਂਦੀਆਂ। ਕੀਤੀਆਂ ਆਪਣੀ ਰੱਖ ਗਰੀਬ ਨਿਵਾਜ ਥਾਪ। ਆਪਣੀ ਨਹੀਂ ਪੜਨਾ, ਆਪਣੀ ਐੜੇ ਨਾਲ ਕੰਨਾ ਲਾ ਕੇ, ਕੀਤੀਆਂ ਆਪਣੀ ਰੱਖ ਗਰੀਬ ਨਿਵਾਜ ਥਾਪ। ਰੱਖ ਦਾ ਮਤਲਬ ਰੱਖਿਆ, ਕੀਤੀਆਂ ਦਾ ਮਤਲਬ ਕੀਤੀ ਹੈ ਉਸਨੇ, ਨਿਵਾਜ ਦਾ ਮਤਲਬ ਨਿਵਾਜ ਕੇ, ਥਾਪ ਦਾ ਮਤਲਬ ਥਾਪ ਕੇ, ਥਾਪਣਾ ਦੇ ਕੇ, ਉਪਦੇਸ਼ ਦੇ ਕੇ। ਜਿਨ੍ਹਾਂ ਗਰੀਬਾਂ ਦਾ ਮਤਲਬ ਨਿਮਾਣਿਆ ਜੋ ਪ੍ਰਭੂ ਦੀ ਸ਼ਰਣੀ ਆਪ ਹੈ। ਜਿਨ੍ਹਾਂ ਦਰ ਢੱਠਿਆਂ ਨੂੰ ਨਿਵਾਜ ਕੇ, ਥਾਪਣਾ ਦੇ ਕੇ ਰੱਖਿਆ ਉਸ ਪ੍ਰਭੂ ਨੇ ਆਪ ਕੀਤੀ ਹੋਏ, ਉਹਨਾਂ ਨੂੰ ਆਤਮਿਕ ਮੌਤੇ ਕੌਣ ਮਾਰ ਸਕਦਾ ਹੈ? ਉਹਨਾਂ ਨੂੰ ਦੁਖੀ ਕੌਣ ਕਰ ਸਕਦਾ ਹੈ? ਤੇ ਜਿਨ੍ਹਾਂ ਦੇ ਉੱਤੇ ਆਪ ਦਇਆ ਕੀਤੀ, ਆਪੇ ਲੈਨ ਛਡਾਏ ਬੰਧਨ ਸਗਲ ਕਾਪ। ਕਾਪ ਦਾ ਮਤਲਬ ਕੱਪ ਕੇ, ਵੱਢ ਕੇ, ਕੱਟ ਕੇ। ਉਹਨਾਂ ਦੇ ਸਾਰੇ ਬੰਧਨ ਕੱਪ ਕੇ, ਸਾਰੇ ਬੰਧਨ ਕੱਟ ਕੇ ਪ੍ਰਭੂ ਨੇ ਉਹਨਾਂ ਨੂੰ ਆਪ ਛੁਡਾ ਲਿਆ ਹੁੰਦਾ ਹੈ ਜਮਾਂ ਤੋਂ, ਵਿਕਾਰਾਂ ਤੋਂ। ਹੁਣ ਬੰਧਨ ਕਿਹੜੇ ਨੇ? ਈਰਖਾ, ਦ્વેષ, ਵੈਰ ਵਿਰੋਧ, ਕਾਮ ਕ੍ਰੋਧ ਆਦਿਕ, ਜਾਤੀਵਾਦ, ਮੇਰ ਤੇਰ ਦੇ ਵਿਤਕਰੇ, ਇਹੀ ਤੇ ਬੰਧਨ ਨੇ ਜਿਨ੍ਹਾਂ ਵਿੱਚ ਬੰਦਾ ਜਕੜਿਆ ਹੋਇਆ ਹੈ। ਸੋਚ ਨੂੰ ਵਿਕਾਰਾਂ ਦੇ ਬੰਧਨ ਨੇ, ਸਾਡੀ ਸੋਚ ਜਕੜੀ ਹੋਈ ਹੈ। ਅਸੀਂ ਜਾਤੀਵਾਦ ਦੇ ਬੰਧਨਾਂ ਵਿੱਚ ਆ, ਇੱਕ ਦੂਜੇ ਤੋਂ ਦੂਰ ਹਾਂ, ਅਸੀਂ ਜੋਤ ਨੂੰ ਨਹੀਂ ਵੇਖ ਪਾ ਰਹੇ। ਮੇਰ ਤੇਰ ਦੇ ਵਿਤਕਰੇ ਨੇ, ਇਹੀ ਤੇ ਬੰਧਨ ਨੇ। ਤੇ ਪ੍ਰਭੂ ਨੇ ਇਹਨਾਂ ਸਾਰੇ ਬੰਧਨਾਂ ਨੂੰ ਕੱਟ ਦਿੱਤਾ ਹੈ ਜੋ ਪ੍ਰਭੂ ਦੀ ਸ਼ਰਨ ਵਿੱਚ ਆ ਗਿਆ। ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਗੁਣ ਆ ਜਾਂਦੇ ਨੇ, ਪ੍ਰਭੂ ਉਹਨਾਂ ਦੇ ਸਾਰੇ ਬੰਧਨ ਕੱਟ ਦਿੰਦਾ ਹੈ। ਤੇ ਕੱਟੇ ਉਹਨਾਂ ਦੇ ਜਾਂਦੇ ਨੇ ਜੋ ਰੱਬੀ ਸ਼ਰਨ ਵਿੱਚ ਆਉਂਦੇ ਨੇ। ਉਹਨਾਂ ਦੀ ਫਿਰ ਨਿਸ਼ਾਨੀ ਕੀ ਹੈ? ਤਿਸਨ ਬੁੱਝੀ ਆਸ ਪੁੰਨੀ, ਮਨ ਸੰਤੋਖ ਧਰਾਪ। ਤਿਸਨ ਦਾ ਮਤਲਬ ਤ੍ਰਿਸ਼ਨਾ, ਪੁੰਨੀ ਤੋਂ ਭਾਵ ਪੂਰੀ ਹੋ ਗਈ। ਮਨ ਆਸ ਦਾ ਮਤਲਬ ਮਨ ਦੀ ਆਸ। ਸੰਤੋਖ ਦਾ ਮਤਲਬ ਸੰਤੋਖ ਨਾਲ, ਧਰਾਪ ਦਾ ਮਤਲਬ ਰੱਜ ਕੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੰਤੋਖ ਨਾਲ ਰੱਜ ਜਾਣ ਕਰਕੇ ਉਹਨਾਂ ਦੀ ਮਨ ਦੀ ਆਸ ਪੂਰੀ ਹੋ ਜਾਂਦੀ ਹੈ ਔਰ ਉਹਨਾਂ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਕਿਉਂਕਿ ਸੰਤੋਖ ਆ ਗਿਆ ਨਾ, ਤੇ ਜਿੱਥੇ ਸੰਤੋਖ ਆ ਗਿਆ ਉੱਥੇ ਤ੍ਰਿਸ਼ਨਾ ਮਿਟ ਗਈ, ਉੱਥੇ ਆਸਾਵਾਂ ਰਹਿ ਨਹੀਂ ਗਈਆਂ। ਕਿਉਂਕਿ ਸੰਤੋਖ ਸੈਟਿਸਫੈਕਸ਼ਨ ਹੈ, ਜੋ ਕੁਝ ਮਿਲ ਗਿਆ ਹੈ। ਕਈ ਲੋਕ ਕਹਿ ਦਿੰਦੇ ਨੇ ਕਿ ਜੇ ਸੰਤੋਖ ਦੇ ਧਾਰਨੀ ਬੰਦਾ ਹੋ ਜਾਏ ਫਿਰ ਤੇ ਵਿਕਾਸ ਹੀ ਨਹੀਂ ਹੋ ਸਕਦਾ। ਕਿ ਠੀਕ ਹੈ ਜੀ, ਸੰਤੋਖ ਹੈ, ਜਿਹੜੇ ਦੋ ਕੱਪੜੇ ਮਿਲ ਗਏ ਨੇ, ਰੋਟੀ ਮਿਲ ਗਈ, ਖਾ ਲਿਆ, ਹੁਣ ਮੈਨੂੰ ਹੋਰ ਕੁਝ ਲੋੜ ਨਹੀਂ। ਇਹ ਆਲਸ ਹੈ। ਸੰਤੋਖ ਨੂੰ ਸਮਝਣ ਦੀ ਲੋੜ ਹੈ। ਸੰਤੋਖ ਦਾ ਮਤਲਬ ਇਹ ਨਹੀਂ ਕਿ ਬੰਦੇ ਨੇ ਕੰਮ ਹੀ ਨਹੀਂ ਕਰਨਾ। ਸੰਤੋਖ ਦਾ ਮਤਲਬ ਇਹ ਹੈ ਕਿ ਸੱਚ ਦੀ ਕਿਰਤ ਕਰਕੇ ਜੋ ਮਿਲੇਗਾ ਉਹਦੇ ਵਿੱਚ ਖੁਸ਼ ਹੋਣਾ ਹੈ ਔਰ ਸ਼ੁਕਰਾਨਾ ਕਰਨਾ ਹੈ। ਜੋ ਕੁਝ ਮਿਲਿਆ ਹੈ ਉਹਦੇ ਸ਼ੁਕਰਾਨਾ ਕਰਨਾ ਹੈ ਔਰ ਅੱਗੇ ਵਿਕਾਸ ਕਰਨਾ ਹੈ। ਸੰਤੋਖ ਨਾਲ ਵਿਕਾਸ ਜ਼ਿਆਦਾ ਹੋਏਗਾ। ਕਿਉਂਕਿ ਜਿਹੜਾ ਬੰਦਾ ਸੰਤੋਖੀ ਹੈ ਨਾ, ਉਹ ਦੂਜੇ ਦੀ ਵੀ ਹੈਲਪ ਕਰ ਸਕਦਾ ਹੈ। ਕਿਉਂਕਿ ਰੱਜ ਗਿਆ ਹੈ ਨਾ, ਸੰਤੋਖ ਵਿੱਚ ਇੱਕ ਸੈਟਿਸਫਾਈ ਹੈ, ਉਹ ਦੂਜੇ ਦੀ ਸਹਾਇਤਾ ਕਰ ਦੇਗਾ। ਤੇ ਲੇਕਿਨ ਜਿਸ ਦੇ ਅੰਦਰ ਤ੍ਰਿਸ਼ਨਾ ਹੈ, ਜਿਹੜਾ ਆਪ ਹੀ ਹਾਲੇ ਨਹੀਂ ਰੱਜਿਆ, ਉਹ ਦੂਜੇ ਦੀ ਸਹਾਇਤਾ ਕੀ ਕਰੇਗਾ? ਇਸ ਲਈ ਗੁਰੂ ਜੀ ਕਹਿੰਦੇ ਨੇ ਉਹਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ, ਸੰਤੋਖ ਦੇ ਨਾਲ ਉਹ ਰੱਜ ਜਾਂਦਾ ਹੈ। ਵੱਡੀ ਹੂੰ ਵੱਡਾ ਅਪਾਰ ਖਸਮ, ਖਸਮ ਤੇ ਜਾ ਕੇ ਵਿਸ਼ਰਾਮ ਲਾਵਾਂਗੇ। ਵੱਡੀ ਹੂੰ ਵੱਡਾ ਅਪਾਰ ਖਸਮ, ਜਿਸ ਲੇਪ ਨਾ ਪੁੰਨ ਪਾਪ।
ਰੱਬ ਵੱਡਾ ਹੈ। ਵੱਡੀ ਹੂੰ ਵੱਡਾ ਦਾ ਮਤਲਬ ਵੱਡੇ ਤੋਂ ਵੱਡਾ। ਅਪਾਰ ਦਾ ਮਤਲਬ ਪਾਰ ਤੋਂ ਰਹਿਤ। ਲੇਪ ਨਾ ਪੁੰਨ ਪਾਪ ਦਾ ਮਤਲਬ ਜਿਹਨੂੰ ਪੁੰਨ ਪਾਪ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜਿਹੜਾ ਪੁੰਨ ਪਾਪ ਤੋਂ ਬਿਲਕੁਲ ਨਿਰਲੇਪ ਹੈ। ਬੇਅੰਤ ਪ੍ਰਭੂ ਖਸਮ ਸਭ ਤੋਂ ਵੱਡਾ ਹੈ ਔਰ ਪੁੰਨ ਪਾਪ ਤੋਂ ਬਿਲਕੁਲ ਨਿਰਲੇਪ ਹੈ। ਉਹਦਾ ਜਾਤੀ ਤੌਰ ਤੇ ਕਿਸੇ ਦੇ ਪੁੰਨ ਪਾਪ ਦੇ ਨਾਲ ਕੋਈ ਵੈਰ ਔਰ ਮਿੱਤਰਤਾ ਨਹੀਂ ਹੈ। ਪੁੰਨ ਪਾਪ ਤੋਂ ਆਪ ਨਿਰਲੇਪ ਹੈ। ਤਾਂ ਜੋ ਵੀ ਉਸ ਪ੍ਰਭੂ ਦੇ ਚਰਨਾਂ ਦੀ ਸ਼ਰਨ ਲਏਗਾ ਉਹ ਪੁੰਨ ਪਾਪ ਤੋਂ ਨਿਰਲੇਪ ਹੋਏਗਾ। ਉਹਦੇ ਜੀਵਨ ਦੇ ਅੰਦਰ ਵੀ ਇੰਨੀ ਮਹਾਨਤਾ ਆਏਗੀ, ਉਹ ਸੁਖੀ ਔਰ ਸ਼ਾਂਤ ਹੋਏਗਾ। ਤਾਂ ਦੇਖੋ, ਸਾਨੂੰ ਬਹੁਤ ਸੁੰਦਰ ਆਸਾਨ ਤਰੀਕੇ ਦੇ ਨਾਲ ਜ਼ਿੰਦਗੀ ਜੀਣ ਦਾ ਢੰਗ ਦੱਸਿਆ ਜਾ ਰਿਹਾ ਹੈ। ਜੇ ਅਸੀਂ ਇਸ ਜੀਵਨ ਜੁਗਤ ਨੂੰ ਅਪਣਾ ਲੈਂਦੇ ਹਾਂ ਤਾਂ ਸਾਡਾ ਜੀਵਨ ਸੁਖੀ ਔਰ ਸੁਖਾਲਾ ਹੋ ਸਕਦਾ ਹੈ। ਲੋੜ ਸਿਰਫ ਸਾਨੂੰ ਗੁਰੂ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਉਹਦੇ ਤੇ ਅਮਲ ਕਰਨ ਦੀ ਹੈ। ਪਰ ਜੇ ਅਸੀਂ ਅਮਲ ਨਹੀਂ ਕਰਦੇ ਤਾਂ ਫਿਰ ਇਹ ਰਿਜ਼ਲਟ ਜਿਹੜੇ ਨੇ ਉਹ ਨਹੀਂ ਨਿਕਲ ਪਾਉਣਗੇ। ਇਸ ਲਈ ਜੇ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਸਾਰੇ ਰਿਜ਼ਲਟ ਨਿਕਲਣ, ਅਸੀਂ ਐਸੇ ਇਨਸਾਨ ਹੋ ਸਕੀਏ ਜਿਹੋ ਜਿਹੇ ਗੁਰੂ ਪਾਤਸ਼ਾਹ ਜੀ ਸਾਨੂੰ ਬਣਾਉਣਾ ਚਾਹੁੰਦੇ ਨੇ, ਤਾਂ ਉਹਦੇ ਵਾਸਤੇ ਭਾਈ ਇੱਕ ਹੀ ਨੇਮ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਦੀ ਆਪ ਵਿਚਾਰ ਕਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ। ਬਾਕੀ ਵਿਚਾਰਾਂ ਕੱਲ ਨੂੰ ਕਰਾਂਗੇ ਜੀ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਏ ਤਾਂ ਉਹ ਸਵਾਲ ਕਰ ਸਕਦੇ ਹੋ, ਜੇ ਕੋਈ ਚੀਜ਼ ਸਮਝ ਨਹੀਂ ਆਈ, ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ, ਆਪਣੇ ਵਿਚਾਰ ਦੇਣੇ ਨੇ, ਤਾਂ ਉਹ ਵੀ ਅਨਮਿਊਟ ਹੋ ਜਾਓ। ਅਗਲੀ ਕਲਾਸ ਦੀ ਜੋ ਕਾਰਵਾਈ ਹੈ ਉਹ ਵੀਰ ਗੁਰਚਰਨ ਸਿੰਘ ਜੀ ਢੀਸੀ ਸਾਹਿਬ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।